इंडिया KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਦਾ ਸੰਡੇ ਸ਼ੋਅ ਵਿਦ ਲਵਲੀਨ ਗਿੱਲ ਦੇ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਜੁੜ ਸਕਦੇ ਹੋ। ਜੇਕਰ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਵਿਸ਼ੇ ਨਾਲ ਸੰਬੰਧਿਤ ਕੋਈ ਸਵਾਲ, ਕੋਈ ਜਾਣਕਾਰੀ ਜਾਂ ਕੋਈ ਤਜਰਬਾ ਸਾਂਝਾ ਕਰਨਾ ਚਾਹੋ ਤਾਂ 604 592 9191 ਇਹ ਸਾਡਾ ਸਟੂਡੀਓ ਦਾ ਨੰਬਰ ਹੈ। ਤੁਸੀਂ ਇਸ ਨੰਬਰ ਡਾਇਲ ਕਰਕੇ ਕਿਸੇ ਵੀ ਵਕਤ ਚੱਲਦੇ ਪ੍ਰੋਗਰਾਮ ਦੇ ਵਿੱਚ ਸ਼ਰੀਕ ਹੋ ਸਕਦੇ ਹੋ। ਸੋ ਆਓ ਦਾ ਸੰਡੇ ਸ਼ੋਅ ਦੇ ਨਿਰਧਾਰਤ ਫਾਰਮੈਟ ਤੋਂ ਥੋੜਾ ਹਟ ਕੇ ਅਸੀਂ ਅੱਜ ਪ੍ਰੋਗਰਾਮ ਨੂੰ ਥੋੜਾ ਅਦਲਾ ਬਦਲੀ ਕਰਾਂਗੇ। ਸੋ ਇਸ ਦੇ ਵਿੱਚ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਤਾਰਫ ਕਰਾ ਦਿਆਂ, ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਤੇ ਬੈਰਿਸਟਰ ਲਵਲੀਨ ਸਿੰਘ ਗਿੱਲ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਔਰ ਅੱਜ ਦੇ ਇਸ ਪ੍ਰੋਗਰਾਮ ਨੂੰ ਨਿਰਧਾਰਤ ਪ੍ਰੋਗਰਾਮ ਦੇ ਅਨੁਸਾਰ ਵਿਸਥਾਰ ਦੇਣਗੇ। ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦਾ ਸੰਡੇ ਸ਼ੋਅ ਵਿੱਚ। ਬਹੁਤ ਸ਼ੁਕਰੀਆ ਭੰਮ ਸਾਹਿਬ ਜੀ। ਸੋ ਗਿੱਲ ਸਾਹਿਬ, ਜਨਮ ਅਸ਼ਟਮੀ 7 ਤਰੀਕ ਨੂੰ ਲੰਘ ਕੇ ਗਈ ਹੈ ਜੀ ਔਰ ਜ਼ਰੂਰੀ ਹੈ ਕਿ ਅਸੀਂ ਤਿਉਹਾਰ ਮਨਾਉਂਦੇ ਤਾਂ ਹਾਂ, ਲੇਕਿਨ ਸਾਨੂੰ ਉਹਦੇ ਇਤਿਹਾਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੁੰਦੀ। ਵੇਖਾ ਵੇਖੀ ਅੱਜ ਜਨਮ ਅਸ਼ਟਮੀ ਹੈ, ਅੱਜ ਛੁੱਟੀ ਹੈ ਤੇ ਅੱਜ ਅਸੀਂ ਇਹ ਮਨਾਉਣਾ ਹੈ, ਜਾਂ ਅਸੀਂ ਆਹ ਫਲਾਨਾ ਤਿਉਹਾਰ ਜਿਹੜਾ ਅੱਜ ਛੁੱਟੀ ਹੈ ਅੱਜ ਇਹ ਮਨਾਉਣਾ ਹੈ, ਲੇਕਿਨ ਉਹਦੇ ਇਤਿਹਾਸ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਜੀ। ਸੋ ਅਸੀਂ ਜਾਣਨਾ ਚਾਹੁੰਦੇ ਕਿ ਜਨਮ ਅਸ਼ਟਮੀ ਦਾ ਜਿਹੜਾ ਉਹ ਕੀ ਇਤਿਹਾਸ ਹੈ। ਭੰਮ ਸਾਹਿਬ, ਜਨਮ ਅਸ਼ਟਮੀ ਦਾ ਤਿਉਹਾਰ ਜਿਹੜਾ ਪਿੱਛੇ ਜੇ ਲੰਘ ਕੇ ਗਿਆ ਹੈ 7 ਤਰੀਕ ਨੂੰ ਜੀ, ਪਹਿਲਾਂ ਤਾਂ ਮੈਂ ਸਾਰੇ ਆਪਣੇ ਸੁਣਨ ਵਾਲਿਆਂ ਨੂੰ ਜਨਮ ਅਸ਼ਟਮੀ ਦੀਆਂ ਜਿਹੜੀਆਂ ਉਹ ਵਧਾਈਆਂ ਦੇਣਾ ਚਾਹੁੰਦਾ ਜੀ। ਤੁਸੀਂ ਗੱਲ ਕੀਤੀ ਇਤਿਹਾਸ ਦੀ, ਦਰਅਸਲ ਇਹ ਤੇ ਪਹਿਲਾਂ ਜਿਹੜਾ ਇਤਿਹਾਸ ਤੇ ਮਿਥਿਹਾਸ ਦਾ ਜਿਹੜਾ ਸਵਾਲ ਹੈ ਜੀ, ਇਹੀ ਸਾਨੂੰ ਜਿਹੜਾ ਕਨਫਿਊਜ਼ ਕਰਨ ਨੂੰ ਉਹ ਖੜਾ ਕਰ ਦਿੱਤਾ ਗਿਆ ਜੀ। ਜਿਹੜਾ ਭਾਰਤ ਦਾ ਇਤਿਹਾਸ ਰਿਕਾਰਡ ਕਰਨ ਦਾ ਤਰੀਕਾ ਹੈ ਭੰਮ ਸਾਹਿਬ, ਉਹ ਪੱਛਮੀ ਤਰੀਕੇ ਦੇ ਨਾਲੋਂ ਬਹੁਤ ਵੱਖਰਾ ਹੈ। ਪੱਛਮ ਦੇ ਵਿੱਚ ਜਿਹੜਾ ਅਸਲ 'ਚ ਉਹ ਅਰਬਿਕ ਤਰੀਕਾ ਵੀ ਹੈ, ਪੱਛਮ ਨੇ ਉਹ ਅਰਬਿਕ ਤਰੀਕਾ ਜਿਹੜਾ ਹਿਸਟਰੀ ਰਿਕਾਰਡ ਕਰਨ ਦਾ ਜੀ ਉਹ ਅਡਾਪਟ ਕੀਤਾ ਹੈ। ਸੋ ਪੱਛਮ ਦੇ ਵਿੱਚ ਜਿਹੜਾ ਅਡਾਪਟ ਕੀਤਾ ਗਿਆ ਤਰੀਕਾ ਹੈ, ਜਿਸ ਦੇ ਵਿੱਚ ਇਤਿਹਾਸ ਹੈ ਜਿਹੜਾ ਉਹ ਬਿਲਕੁਲ ਦਰਜ ਕੀਤਾ ਜਾਂਦਾ ਹੈ ਫੈਕਟਸ ਦੇ ਰੂਪ ਦੇ ਵਿੱਚ ਜੀ, ਕਿਤਾਬਾਂ ਦੇ ਵਿੱਚ, ਜਿਸ ਨੂੰ ਜਿਹੜਾ ਕਿ ਨੀਰਸ ਤਰ੍ਹਾਂ ਦਾ ਜਿਹੜਾ ਇਤਿਹਾਸ ਹੁੰਦਾ। ਜਿਸ ਤਰ੍ਹਾਂ ਹੁਣ ਸਾਡੇ ਵਿਦਿਆਰਥੀ ਵੀ ਕਹਿੰਦੇ ਆ ਵੀ ਜਿਹੜਾ ਹਿਸਟਰੀ ਦਾ ਸਬਜੈਕਟ ਹੈ ਜੀ ਉਹ ਬਹੁਤ ਬੋਰਿੰਗ ਹੈ ਜਦ ਉਹ ਪੜ੍ਹਦੇ ਆ ਇਸ ਸਬਜੈਕਟ ਨੂੰ, ਜਿਹੜਾ ਕਿ ਵੈਸਟਰਨ ਸਟਾਈਲ ਆਫ ਜਿਹੜਾ ਹਿਸਟਰੀ ਜਿਸ ਤਰ੍ਹਾਂ ਰਿਕਾਰਡ ਕੀਤੀ ਗਈ ਹੈ ਜੀ, ਉਸ ਦੇ ਵਿੱਚ ਡਰਾਈਨੈਸ ਆ ਜਾਂਦੀ ਹੈ। ਜਿਹੜੇ ਖੁਸ਼ਕ ਕਿਸਮ ਦਾ ਜਿਹੜਾ ਤੱਥ, ਸਿਰਫ ਤੱਥਾਂ ਦਾ ਇੱਕ ਬਿਆਨ ਜਿਹੜਾ ਹੈ ਉਸਨੂੰ ਜਿਹੜਾ ਇਤਿਹਾਸ ਦਰਜ ਕਰਨ ਦਾ ਉਹ ਪੱਛਮੀ ਤਰੀਕਾ ਹੈ। ਪਰ ਜਿਹੜਾ ਹਿੰਦੁਸਤਾਨੀ ਤਰੀਕਾ ਹੈ ਭੰਮ ਸਾਹਿਬ, ਉਹਦੇ ਵਿੱਚ ਜਿਹੜਾ ਇਤਿਹਾਸ ਹੈ ਜੀ ਉਹ ਕਵਿਤਾ ਦੇ ਰੂਪ ਦੇ ਵਿੱਚ ਦਰਜ ਕੀਤਾ ਗਿਆ ਜੀ। ਤੁਸੀਂ ਦੇਖੋ ਦਸਮ ਗ੍ਰੰਥ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਜਦ ਬਚਿੱਤਰ ਨਾਟਕ ਲਿਖਦੇ ਆ, ਜਿਹੜਾ ਬਚਿੱਤਰ ਨਾਟਕ ਹੈ ਉਹ ਕਾਵ ਜਿਹੜਾ ਰੂਪ ਦੇ ਵਿੱਚ ਉਹ ਲਿਖਿਆ ਗਿਆ ਜਿਹਦੇ ਵਿੱਚ ਕਿ ਇੱਕ ਤਰ੍ਹਾਂ ਆਟੋਬਾਇਓਗ੍ਰਾਫੀ ਉਹਨਾਂ ਨੇ ਆਪਣੀ ਸਾਰੀ ਜੀਵਨ ਦਾ ਜਿਹੜਾ ਆਪਣਾ ਜੋ ਵਿਵਰਣ ਹੈ ਉਹ ਦਿੱਤਾ ਹੈ। ਕਿਸ ਤਰ੍ਹਾਂ ਜਿਹੜਾ ਹੈ ਉਹਨਾਂ ਦੇ ਜਿਹੜੇ ਸੋਢੀ ਬੇਦੀ ਕੁਲ ਦਾ ਇਤਿਹਾਸ, ਉਹਨਾਂ ਦੇ ਜਨਮ ਦਾ ਜਿਹੜਾ ਇਤਿਹਾਸ, ਫਿਰ ਜਿਹੜੇ ਯੁੱਧ, ਚਾਹੇ ਭੰਗਾਣੀ ਦਾ ਯੁੱਧ ਹੈ ਜੋ ਪਹਾੜੀ ਰਾਜਿਆਂ ਦੇ ਨਾਲ ਯੁੱਧ ਲੜੇ, ਪਰ ਜਿਹੜਾ ਉਹ ਇਤਿਹਾਸ ਹੈ ਉਹ ਕਾਵ ਰੂਪ ਦੇ ਵਿੱਚ ਦਰਜ ਹੈ। ਬਾਣੀ ਵੀ ਪੂਰੀ ਜਿਹੜੀ ਹੈ ਉਹ ਰਾਗਾਂ ਦੇ ਵਿੱਚ ਹੈ ਜੀ। ਉਹ ਜੀ ਬੜੀ ਵੱਡੀ ਗੱਲ ਹੈ। ਇਸੇ ਤਰ੍ਹਾਂ ਜਿਹੜੇ ਸਾਡੇ ਪੁਰਾਣੇ ਗ੍ਰੰਥ ਨੇ, ਜਿਹੜੇ ਪੁਰਾਣ ਨੇ, ਮਹਾਭਾਰਤ ਹੈ ਜੀ ਤੇ ਰਾਮਾਇਣ ਹੈ, ਉਹ ਵੀ ਕਵਿਤਾ ਹੈ। ਉਹ ਇੱਕ ਜਿਸ ਨੂੰ ਐਪਿਕ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ,
ਉਹ ਇੱਕ ਐਪਿਕਸ ਨੇ ਸਾਡੀਆਂ ਪੁਰਾਣੇ ਜਿਹੜੇ ਮਹਾਕਾਵ ਨੇ, ਜਿਹਨੂੰ ਅਸੀਂ ਮਹਾਕਾਵ ਕਹਿੰਦੇ ਹਾਂ। ਉਸ ਨੂੰ ਜਦੋਂ ਜਿਹੜੇ ਵੈਸਟਰਨ ਵਿਦਵਾਨਾਂ ਨੇ ਜਦ ਜਿਹੜਾ ਸਾਡਾ ਇਤਿਹਾਸ ਹੈ ਉਸ ਨੂੰ ਚੱਕ ਕੇ ਦੇਖਿਆ ਤਾਂ ਉਹਨਾਂ ਨੇ ਉਸ ਨੂੰ ਡਿਸਮਿਸ ਕੀਤਾ ਵੀ ਇਹ ਕੋਈ ਤਰੀਕਾ ਨਹੀਂ ਇਤਿਹਾਸ ਦਰਜ ਕਰਨ ਦਾ, ਇਹ ਇਤਿਹਾਸ ਨਹੀਂ ਹੈ ਜੀ, ਇਹ ਮਿਥਿਹਾਸ ਹੈ। ਉਹਨਾਂ ਨੇ ਜਿਹੜਾ ਮਾਈਥੋਲੋਜੀ ਦੀ ਜਿਹੜੀ ਟਰਮ ਹੈ ਉਹ ਸਾਨੂੰ ਦਿੱਤੀ, ਉਹ ਸਾਡੇ ਵਿੱਚ ਨਹੀਂ ਸੀ, ਅਸੀਂ ਇਸ ਨੂੰ ਮਾਈਥੋਲੋਜੀ ਨਹੀਂ ਮੰਨਦੇ ਸੀ ਕਿ ਜੋ ਮਹਾਭਾਰਤ ਹੈ, ਰਾਮਾਇਣ ਹੈ, ਇਹ ਮਾਈਥੋਲੋਜੀ ਹੈ। ਉਹ ਮਾਈਥੋਲੋਜੀ ਤੇ ਹਿਸਟਰੀ ਦੀ ਜਿਹੜੀ ਡਿਕੋਟੋਮੀ ਹੈ, ਜਿਹੜਾ ਡਿਫਰੈਂਸ਼ੀਏਟ ਹੈ, ਉਹ ਪੱਛਮੀ ਜਿਹੜਾ ਫਾਰਮ ਹੈ ਉਹਨੇ ਕੀਤੀ ਹੈ। ਤੇ ਫਿਰ ਉਹਨਾਂ ਨੇ ਆਪਣਾ ਕੈਲੰਡਰ ਚਲਾਇਆ, ਉਹਨਾਂ ਨੇ ਜਿਹੜਾ ਈਸਾ ਮਸੀਹ ਦੇ ਜਨਮ ਤੋਂ ਜਿਹੜਾ ਈਸਵੀ ਕੈਲੰਡਰ ਹੈ ਉਹ ਚਲਾਇਆ, ਤੇ ਜਿਹੜਾ ਸਾਡਾ ਸੀ ਉਹ ਬਿਕਰਮੀ ਕੈਲੰਡਰ ਸੀ। ਤੇ ਜਿਹੜਾ ਅਸੀਂ ਜਿਸ ਤਰ੍ਹਾਂ ਕਾਲ ਨੂੰ ਦੇਖਦੇ ਹਾਂ, ਸਮੇਂ ਨੂੰ ਦੇਖਦੇ ਹਾਂ, ਭਾਰਤੀ ਟ੍ਰੈਡੀਸ਼ਨ ਦੇ ਵਿੱਚ 4 ਯੁੱਗਾਂ ਦੇ ਵਿੱਚ ਜਿਹੜਾ ਸਮੇਂ ਨੂੰ ਉਹਨੂੰ ਵੰਡਿਆ ਗਿਆ। ਸਤਯੁਗ, ਤ੍ਰੇਤਾ ਯੁੱਗ, ਦੁਆਪਰ ਯੁੱਗ ਤੇ ਫਿਰ ਕਲਯੁੱਗ। ਤੇ ਫਿਰ ਆਖਿਆ ਜਾਂਦਾ ਹੈ ਕਿ ਫਿਰ ਜਿਹੜਾ ਇਹ ਸਾਈਕਲ ਹੈ ਇਹ ਫਿਰ ਦੁਬਾਰਾ ਸ਼ੁਰੂ ਹੋ ਜਾਂਦਾ ਹੈ। ਹੁਣ ਚਲੋ ਉਹਨਾਂ ਨੇ ਇੱਕ ਵਿਚਾਰਧਾਰਕ ਜਿਹੜਾ ਆਘਾਤ ਇਸ ਗੱਲ ਤੇ ਕੀਤਾ ਕਿ ਤੁਹਾਡੇ ਕੋਲ ਕੋਈ ਪ੍ਰਮਾਣ ਨਹੀਂ, ਕੋਈ ਇਹ ਨਹੀਂ, ਉਹ ਨਹੀਂ, ਇਹਨਾਂ ਚੀਜ਼ਾਂ ਦਾ। ਅਸੀਂ ਗਲਤੀ ਕੀ ਕੀਤੀ, ਅਸੀਂ ਉਹਨਾਂ ਦੇ ਜਾਲ ਦੇ ਵਿੱਚ, ਉਹਨਾਂ ਦੇ ਸਿਸਟਮ ਦੇ ਵਿੱਚ ਫਸ ਕੇ ਜਿਹੜਾ ਸਾਡਾ 4 ਯੁੱਗਾਂ ਦਾ ਸਿਸਟਮ ਹੈ ਉਹਨੂੰ ਈਸਵੀ ਦੇ ਵਿੱਚ ਫਿੱਟ ਕਰਨ ਲੱਗੇ ਕਈ ਵਿਦਵਾਨ, ਵੀ ਨਹੀਂ ਜੀ ਇਹ ਤਾਂ ਫਲਾਨੀ ਈਸਵੀ ਦੇ ਵਿੱਚ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ, ਇੰਨੀ BC ਦੇ ਵਿੱਚ ਭਗਵਾਨ ਰਾਮ ਹੋਏ। ਉਹ ਨਹੀਂ ਕਰਨਾ ਚਾਹੀਦਾ। ਰਾਮ ਰਾਏ ਵਾਂਗੂ ਵੀ ਮਿੱਟੀ ਮੁਸਲਮਾਨ ਕੀ ਜੀ। ਉਹ ਜਿਹੜੀ ਸਾਡੀ ਟ੍ਰੈਡੀਸ਼ਨ ਹੈ ਕਾਵ ਦੀ, ਹਾਂ ਦੇਖੋ ਕਾਵ ਦੇ ਵਿੱਚ ਇਹ ਗੱਲ ਜ਼ਰੂਰ ਹੈ ਵੀ ਕਵੀ ਦੀ ਕਲਪਨਾ ਵਿੱਚ ਜੁੜ ਜਾਂਦੀ ਹੈ ਜੀ। ਜਿਹੜੀ ਰਾਮਾਇਣ ਹੈ ਚਾਹੇ ਮਹਾਭਾਰਤ ਹੈ ਉਹਦੇ ਵਿੱਚ ਜਿਹੜੀਆਂ ਗੱਲਾਂ ਨੇ ਉਹ ਹਾਂ ਕਵੀ ਦੀ ਜਿਹੜੀ ਕਲਪਨਾ ਹੁੰਦੀ ਹੈ ਉਹ ਜੁੜ ਜਾਂਦੀ ਹੈ। ਪਰ ਇਸ ਗੱਲ ਤੋਂ ਜਿਹੜਾ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜਿਹੜੀਆਂ ਇਹ ਚੀਜ਼ਾਂ ਨੇ ਜਾਂ ਇਹਨਾਂ ਦੇ ਵਿੱਚ ਜਿਹੜੀ ਕੋਈ ਪ੍ਰੇਰਨਾ ਉਸ ਲਿਖਣ ਵਾਲੇ ਨੂੰ ਮਿਲੀ ਉਹ ਕਦੇ ਇਸ ਧਰਤੀ ਤੇ ਜਿਹੜੀ ਹੋਂਦ ਦੇ ਵਿੱਚ ਸੀ ਨਹੀਂ। ਬਿਲਕੁਲ, ਕਿਉਂਕਿ ਦੇਖੋ ਜੇ ਕੋਈ ਮਿੱਥ ਵੀ ਤੁਰਦਾ ਹੈ, ਜੇ ਕੋਈ ਘਟਨਾ ਤੁਰਦੀ ਹੈ ਜਾਂ ਕਿਸੇ ਦਾ ਜਿਹੜਾ ਚਰਿੱਤਰ ਹੈ ਉਹ ਐਡਾ ਵੱਡਾ ਹੋ ਜਾਂਦਾ ਹੈ ਕਿ ਉਸ ਨੂੰ ਪੂਜਿਆ ਜਾਣ ਲੱਗ ਪੈਂਦਾ ਹੈ, ਉਸ ਨੂੰ ਈਸ਼ਵਰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ। ਤਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਉਹ ਕਾਲਪਨਿਕ ਕੋਈ ਕਰੈਕਟਰ ਹੋਵੇ ਜੀ। ਬਿਲਕੁਲ ਇਸੇ ਤਰ੍ਹਾਂ ਜਿਹੜਾ ਭਗਵਾਨ ਕ੍ਰਿਸ਼ਨ ਦੀ ਵੀ ਗੱਲ ਕੀਤੀ ਜਾਂਦੀ ਹੈ ਤੇ ਜਿਹੜਾ ਉਹਨਾਂ ਦਾ ਜਿਹੜਾ ਸਾਰਾ ਜੀਵਨ ਦਾ ਵਿਵਰਣ ਹੈ ਉਹ ਮਹਾਭਾਰਤ ਦੇ ਵਿੱਚ ਚਾਹੇ ਉਹ ਵੱਖ-ਵੱਖ ਗ੍ਰੰਥਾਂ ਦੇ ਵਿੱਚ ਮਿਲਦਾ ਹੈ ਜੀ। ਸੋ ਜਿਹੜੀ ਇੱਕ ਤਾਂ ਇਹ ਡਿਬੇਟ ਹੈ ਭਾਮ ਸਾਹਿਬ ਇਤਿਹਾਸ ਤੇ ਮਿਥਿਹਾਸ ਦੀ, ਮੈਂ ਸਮਝਦਾ ਵੀ ਇਹ ਜਿਹੜੀ ਡਿਬੇਟ ਹੈ ਇਹ ਕਦੇ ਸੈਟਲ ਨਹੀਂ ਹੋਣੀ। ਪਰ ਜਿਹੜਾ ਸਾਡੇ ਪ੍ਰਾਚੀਨ ਗ੍ਰੰਥ ਨੇ ਅਸੀਂ ਸਿਰਫ ਇੰਨਾ ਕਹਿ ਕੇ ਉਹਨਾਂ ਨੂੰ ਡਿਸਮਿਸ ਕਰ ਦਿੰਦੇ ਆ। ਕਈ ਲੋਕ ਜਿਹੜੇ ਤਰਕਵਾਦੀ ਵਿਚਾਰਾਂ ਦੇ ਹੁੰਦੇ ਆ, ਤੁਸੀਂ ਜਾਣਦੇ ਮੈਂ ਕਿਹਨਾਂ ਦੀ ਗੱਲ ਕਰਦਾ, ਉਹ ਜੇ ਧਰਮ ਨੇ ਤਰਕਵਾਦੀਆਂ ਦੇ ਖਿਲਾਫ ਜਿਹੜਾ ਕੱਟੜ ਵਤੀਰਾ ਇੱਕ ਸਮੇਂ ਤੇ ਅਪਣਾਇਆ ਤਾਂ ਉਹੀ ਗਲਤੀ ਜਿਹੜੇ ਤਰਕਵਾਦੀ ਹੈ ਉਹ ਧਰਮ ਦੇ ਪ੍ਰਤੀ ਕਰ ਰਹੇ ਨੇ। ਉਹ ਧਰਮ ਦੇ ਪ੍ਰਤੀ ਜਿਹੜਾ ਨਕਾਰਾਤਮਕ ਵਤੀਰਾ ਅਪਣਾਉਂਦੇ ਨੇ। ਜੇ ਤੁਸੀਂ ਕੋਈ ਗੱਲ ਕਰੋ ਭਗਵਾਨ ਰਾਮ ਦੀ, ਭਗਵਾਨ ਕ੍ਰਿਸ਼ਨ ਦੀ, ਜਾਂ ਜਿਹੜਾ ਹਿੰਦੂ ਟ੍ਰੈਡੀਸ਼ਨ ਦੀ ਜਾਂ ਹਿੰਦੁਸਤਾਨੀ ਇੰਡੀਅਨ ਟ੍ਰੈਡੀਸ਼ਨ ਦੀ ਕੋਈ ਗੱਲ ਕਰੋ, ਉਹ ਇਹਨੂੰ ਡਿਸਮਿਸ ਕਰ ਦਿੰਦੇ ਨੇ ਵੀ ਇਹ ਤਾਂ ਮਿਥਿਹਾਸ ਹੈ ਜੀ, ਇਹਦੇ ਵਿੱਚ ਕੁਛ ਨਹੀਂ, ਇਹ ਪੜ੍ਹਨ ਦੇ ਲਾਇਕ ਨਹੀਂ, ਇਹਨੂੰ ਪੜ੍ਹਿਆ ਨਹੀਂ ਜਾ ਸਕਦਾ। ਉਹ ਮੈਂ ਸਮਝਦਾ ਭਾਮ ਸਾਹਿਬ ਉਹ ਤੰਗਦਿਲੀ ਹੈ, ਕਿਉਂਕਿ ਇਹਨਾਂ ਗ੍ਰੰਥਾਂ ਦੇ ਵਿੱਚ ਵੀ ਇੰਨਾ ਕੁਝ ਪਿਆ, ਚਲੋ ਚਾਹੇ ਤੁਸੀਂ ਉਸ ਨੂੰ ਮਿਥਿਹਾਸ ਹੀ ਮੰਨੋ, ਪਰ ਉਹਨਾਂ ਦੇ ਵਿੱਚ ਵੀ ਏਡੀ ਡੂੰਘੀ ਫਿਲਾਸਫੀ, ਇੱਕ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ, ਫਿਲਾਸਫੀ, ਸਪਿਰਿਚੁਅਲਿਟੀ, ਧਾਰਮਿਕ ਸਪਿਰਿਚੁਅਲਿਟੀ ਤੇ ਕਵਿਤਾ ਲਿਖਣ ਦਾ ਜੇ ਤੁਸੀਂ ਤਰੀਕਾ ਹੀ ਦੇਖੋ, ਜਿਹੜੀ ਦੂਸਰੀ ਸਾਹਿਤਕ ਜਿਹੜੀ ਉਸਦੀ ਖੂਬਸੂਰਤੀ ਹੈ, ਉਹ ਇੰਨਾ ਕੁਝ ਉਸਦੇ ਵਿੱਚ ਜਿਹੜਾ ਸਾਡੇ ਲਈ ਗੇਨ ਕਰਨ ਵਾਲਾ ਹੈ ਕਿ ਜਿਹੜੀਆਂ ਇਹ ਗਾਥਾਵਾਂ ਨੇ ਇਹ ਵਡਮੁੱਲੀਆਂ ਨੇ, ਇਹ ਸਾਡਾ ਜਿਹੜਾ ਹੈ ਇਹ ਸਾਡੀ ਧਰੋਹਰ ਨੇ ਜੀ, ਜਿਹੜੀਆਂ ਹਜ਼ਾਰ ਸਾਲ ਤੋਂ ਜਿਹੜੀਆਂ ਇਹ ਚੱਲੀਆਂ ਆਉਂਦੀਆਂ ਨੇ। ਉਸੇ ਕੜੀ ਦੇ ਵਿੱਚ ਜੇ ਅਸੀਂ ਜਨਮ ਅਸ਼ਟਮੀ ਦੀ ਗੱਲ ਕਰੀਏ, ਭਗਵਾਨ ਕ੍ਰਿਸ਼ਨ ਦੀ ਗੱਲ ਕਰੀਏ,
ਤਾਂ ਇੱਕ ਜਿਹੜਾ ਹੈ, ਜਿਹੜਾ ਸਾਰਾ ਜਿਹੜੇ ਤੱਥ ਜਾਂ ਜਿਹੜਾ ਇੱਕ ਮਾਨਤਾ ਜਿਹੜੀ ਪੇਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦਾ ਜਿਹੜਾ ਜਨਮ ਹੈ ਉਹ ਅਸ਼ਟਮੀ ਦੇ ਦਿਨ ਉਹ ਮਥੁਰਾ ਦੇ ਵਿੱਚ ਹੋਇਆ, ਜੇਲ੍ਹ ਦੇ ਤਹਿਖਾਨੇ ਦੇ ਵਿੱਚ, ਜੇਲ੍ਹ ਦੇ ਵਿੱਚ, ਜਦ ਕਿ ਉਹਨਾਂ ਦੇ ਪਿਤਾ ਵਾਸੂਦੇਵ ਤੇ ਉਹਨਾਂ ਦੀ ਮਾਤਾ ਦੇਵਕੀ ਨੂੰ ਉਹਨਾਂ ਦੇ ਹੀ ਮਾਮੇ ਕੰਸ ਨੇ ਆਪਣੇ ਕਾਰਾਗਾਰ ਦੇ ਵਿੱਚ ਉੱਥੇ ਰੱਖਿਆ ਹੋਇਆ ਸੀ, ਕਿਉਂਕਿ ਉਸ ਦਾ ਇਹ ਮੰਨਣਾ ਸੀ ਕਿ ਜਿਹੜਾ ਦੇਵਕੀ ਦਾ 8ਵਾਂ ਜਿਹੜਾ ਪੁੱਤ ਹੋਊਗਾ ਉਹ ਮੇਰੇ ਅੰਤ ਦਾ ਕਾਰਨ ਬਣੂਗਾ। ਇਸ ਲਈ ਪਹਿਲਾਂ ਉਹ ਜਿਹੜੇ 6 ਪੁੱਤ ਸੀਗੇ ਆਪਣੀ ਭੈਣ ਦੇ, ਉਹਨਾਂ ਨੂੰ ਮੌਤ ਦੇ ਘਾਟ ਉਹ ਉਤਾਰ ਚੁੱਕਿਆ ਸੀ, ਤੇ ਜਿਹੜੇ 7ਵੇਂ ਹੈ ਉਹ ਕਿਸੇ ਤਰ੍ਹਾਂ ਬਲਰਾਮ ਬਚ ਗਏ ਸੀ, ਤੇ ਜਿਹੜੇ ਕ੍ਰਿਸ਼ਨ ਹੈ ਉਹਨਾਂ ਦਾ ਫਿਰ ਦੱਸਿਆ ਜਾਂਦਾ ਹੈ ਕਿ ਇੱਕ ਅਲੌਕਿਕ ਤਰੀਕੇ ਦੇ ਨਾਲ ਜਦੋਂ ਉਹਨਾਂ ਦਾ ਜਨਮ ਹੁੰਦਾ ਹੈ ਤਾਂ ਕਾਰਾਗਾਰ ਦੇ ਵਿੱਚੋਂ ਉਹਨਾਂ ਦੇ ਜਿਹੜੇ ਪਿਤਾ ਹੈ ਉਹ ਨਿਕਲਦੇ ਆ, ਉਹਨਾਂ ਨੂੰ ਲੈ ਕੇ ਤੇ ਯਮੁਨਾ ਪਾਰ ਕਰਕੇ ਜਿਹੜਾ ਇੱਕ ਗੋਕੁਲ ਪਿੰਡ ਹੈ ਜਿੱਥੇ ਗਵਾਲੇ ਰਹਿੰਦੇ ਆ ਜਿਹੜੇ ਕਿ ਮਾਲ ਚਾਰਨ ਦਾ ਜਿਹੜਾ ਕੰਮ ਕਰਦੇ ਆ ਤੇ ਦੁੱਧ ਦਾ ਜਿਹੜਾ ਕੰਮ ਕਰਦੇ ਆ, ਉਹਨਾਂ ਦਾ ਪਿੰਡ ਹੈ ਜਿਹੜਾ ਉਸ ਦੇ ਵਿੱਚ ਛੱਡ ਦਿੰਦੇ ਆ ਨੰਦ ਦੇ ਘਰੇ। ਨੰਦ ਜਿਹੜਾ ਹੈ ਕਿ ਉਸ ਨੂੰ ਕਿਹਾ ਗਿਆ ਕਿ ਉਹ ਰਾਜੇ ਦਾ ਦਾਸ ਹੈ। ਨੰਦ ਤੇ ਜਿਹੜੀ ਉਹਨਾਂ ਦੀ ਪਤਨੀ ਹੈ, ਜਿਹੜੇ ਕਿ ਸਾਡੇ ਕਲਚਰ ਦੇ ਵਿੱਚ ਹੁਣ ਇੱਕ ਮਮਤਾ ਦਾ ਪ੍ਰਤੀਕ ਬਣ ਚੁੱਕੇ ਹੈ, ਮਾਂ ਯਸ਼ੋਦਾ, ਉਹਨਾਂ ਦੇ ਘਰ ਵਿੱਚ ਉਹਨਾਂ ਨੂੰ ਛੱਡ ਦਿੰਦੇ ਆ, ਜਿੱਥੇ ਉਹਨਾਂ ਦਾ ਫਿਰ ਜਿਹੜਾ ਪਾਲਣ ਪੋਸ਼ਣ ਹੁੰਦਾ ਜੀ। ਤੇ ਜਿਹੜੀਆਂ ਇਹ ਗੱਲਾਂ ਨੇ ਭੰਮ ਸਾਹਿਬ, ਜਿਹੜੀਆਂ ਇਤਿਹਾਸਕ ਜਾਂ ਕੁਝ ਲੋਕ ਇਹਨੂੰ ਇਤਿਹਾਸਕ ਕਹਿਣ ਤੇ ਕਿੰਤੂ ਕਰਦੇ ਆ, ਸੋ ਇਤਿਹਾਸਕ ਜਾਂ ਜਿਹੜੀਆਂ ਇਤਿਹਾਸਕ ਗੱਲਾਂ ਨੇ ਇਹ ਸਾਰੇ ਜਾਣਦੇ ਆ, ਇਹ ਕਹਾਣੀ ਸਾਰੇ ਜਾਣਦੇ ਆ, ਪਰ ਅੱਜ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਉਹ ਮੈਂ ਭਗਵਾਨ ਕ੍ਰਿਸ਼ਨ ਦੇ ਅਲੌਕਿਕ ਚਰਿੱਤਰ ਦੀ, ਅਲੌਕਿਕ ਵਿਚਾਰਧਾਰਾ ਦੀ। ਬਿਲਕੁਲ ਦਿਲ ਸਾਹਿਬ, ਤੁਸੀਂ ਭਗਵਾਨ ਕ੍ਰਿਸ਼ਨ ਜੀ ਦੇ ਚਰਿੱਤਰ ਬਾਰੇ ਗੱਲ ਕਰ ਰਹੇ ਸੀ, ਜਾਰੀ ਰੱਖੋ ਪਲੀਜ਼। ਭੰਮ ਸਾਹਿਬ, ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਜਿਹੜੀਆਂ ਇਤਿਹਾਸਿਕ ਘਟਨਾਵਾਂ ਨੇ ਜਾਂ ਕੁਝ ਮਿਥਿਹਾਸਿਕ ਜਾਂ ਇਤਿਹਾਸਿਕ ਘਟਨਾਵਾਂ ਨੇ, ਉਹਨਾਂ ਦਾ ਜਿਹੜਾ ਵੇਰਵਾ ਉਹ ਅਸੀਂ ਸਾਰੇ ਜਾਣਦੇ ਹਾਂ, ਜਿਸ ਤਰ੍ਹਾਂ ਮੈਂ ਬਰੀਫਲੀ ਭਗਵਾਨ ਕ੍ਰਿਸ਼ਨ ਦੇ ਜਨਮ ਬਾਰੇ ਦੱਸਿਆ ਜੀ। ਪਰ ਜਿਹੜੀ ਉਹਨਾਂ ਦੀ ਵਿਚਾਰਧਾਰਾ ਹੈ, ਗੱਲ ਦੇਖੋ ਵਿਚਾਰਧਾਰਾ ਤੇ ਮੁੱਕਦੀ ਹੈ ਕਿ ਦੁਨੀਆ ਨੂੰ ਜਿਹੜੀ ਉਹਨਾਂ ਦੀ ਵਿਚਾਰਧਾਰਾ ਹੈ, ਜਿਹੜੀ ਭਗਵਤਿਜ਼ਮ ਹੈ, ਉਹ ਕੀ ਸੁਨੇਹਾ ਦਿੰਦੀ ਹੈ ਜੀ, ਉਹ ਦੁਨੀਆ ਨੂੰ ਕੀ ਸੇਧ ਦਿੰਦੀ ਹੈ। ਸੋ ਭਗਵਾਨ ਕ੍ਰਿਸ਼ਨ ਦੀ ਜਿਹੜੀ ਵਿਚਾਰਧਾਰਾ ਹੈ ਭੰਮ ਸਾਹਿਬ, ਉਹ ਦੁਨੀਆ ਨੂੰ ਸਮਾਨਤਾ ਦਾ, ਸਭ ਨੂੰ ਜਿਹੜਾ ਹੈ ਇੱਕ ਬਰਾਬਰੀ ਦਾ ਦਰਜਾ ਦੇਣ ਦਾ, ਜਾਤ ਪਾਤ ਦੇ ਜਿਹੜੇ ਕੋਡ ਦੇ ਖਿਲਾਫ ਜੀ, ਤੇ ਗਿਆਨ ਦਾ, ਤੇ ਆਪਣਾ ਕਰਮ ਕਰਨ ਦਾ, ਸਮਾਜ ਦੇ ਭਲੇ ਦੇ ਲਈ ਆਪਣਾ ਜਿਹੜਾ ਕਰਮ ਕਰਨ ਦਾ, ਆਪਣਾ ਜਿਹੜਾ ਧਰਮ ਨਿਭਾਉਣ ਦਾ ਜਿਹੜਾ ਸੁਨੇਹਾ ਜੀ, ਉਹ ਭਗਵਾਨ ਕ੍ਰਿਸ਼ਨ ਦੀ ਵਿਚਾਰਧਾਰਾ ਦਿੰਦੀ ਹੈ। ਉਸ ਤੋਂ ਉੱਪਰ ਜੋ ਗੀਤਾ ਦੀ ਜਿਹੜੀ ਰਚਨਾ ਹੈ, ਜਿਹੜੀ ਸ਼੍ਰੀਮਦ ਭਗਵਦ ਗੀਤਾ ਹੈ, ਜਿਹੜੀ ਕਿ ਭਗਵਾਨ ਕ੍ਰਿਸ਼ਨ ਨੇ ਉਚਾਰੀ ਹੈ, ਉਹ ਇਹਨਾਂ ਸਭ ਤੋਂ ਉੱਪਰ ਉੱਠ ਕੇ ਫਿਰ ਜਿਹੜਾ ਇੱਕ ਗਿਆਨ ਦਾ ਮਾਰਗ ਹੈ, ਜਿਹੜਾ ਮੁਕਤੀ ਦਾ ਮਾਰਗ ਹੈ, ਉਹ ਵੀ ਸੰਸਾਰ ਨੂੰ ਜਿਹੜਾ ਹੈ ਉਹ ਦਿਖਾਉਂਦੀ ਹੈ। ਸੋ ਜੇ ਸ਼ੁਰੂ ਤੋਂ ਹੀ ਗੱਲ ਕਰੀਏ ਭੰਮ ਸਾਹਿਬ ਆਪਾਂ ਉਹਨਾਂ ਦੀ ਬਾਲ ਅਵਸਥਾ ਦੀ, ਤਾਂ ਬਾਲ ਅਵਸਥਾ ਦੇ ਵਿੱਚ ਇੱਕ ਕਥਾ ਮਿਲਦੀ ਹੈ ਕਿ ਜਿਹੜੇ ਭਗਵਾਨ ਕ੍ਰਿਸ਼ਨ ਆਪਣੇ ਜਿਹੜੇ ਬਾਲ ਸਾਥੀਆਂ ਦੇ ਨਾਲ ਗੋਕੁਲ ਦੇ ਵਿੱਚ ਇੱਕ ਵਾਰ ਖੇਡ ਰਹੇ ਸੀ, ਉਹਨਾਂ ਦੇ ਦੇਖੋ ਗੋਕੁਲ ਦੇ ਵਿੱਚ ਜਿਹੜੇ ਯਾਦਵ ਟ੍ਰਾਈਬ ਦੇ ਵਿੱਚ ਉਹ ਰਹਿ ਰਹੇ ਸੀ, ਸਾਰੇ ਜਾਣਦੇ ਆ ਕਿ ਯਾਦਵ ਵੰਸ਼ ਦੇ ਵਿੱਚ ਹੀ ਉਹਨਾਂ ਦਾ ਜਨਮ ਹੋਇਆ, ਤੇ ਜਿਹੜੇ ਗਵਾਲੇ ਆ, ਗਵਾਲਿਆਂ ਦਾ ਕੰਮ ਹੈ ਉਹ ਵੀ ਯਾਦਵ ਹੀ ਹੁੰਦੇ ਆ, ਤੇ ਉਹ ਵੀ ਜਿਹੜੀ ਪਛੜੀ ਹੋਈ ਜਾਤੀ ਉਹ ਮੰਨੀ ਜਾਂਦੀ ਹੈ, OBC ਦਾ ਦਰਜਾ ਅੱਜ ਉਹਨਾਂ ਨੂੰ ਮਿਲਿਆ ਹੋਇਆ। ਸੋ ਤੇ ਬਾਕੀ ਵੀ ਜਿਹੜੀਆਂ ਸੋ ਕਾਲਡ ਜਿਹੜੀਆਂ ਇੱਕ ਬ੍ਰਾਹਮਣਿਕ ਸਮਾਜ ਵੱਲੋਂ ਜਿਹੜੀਆਂ ਛੋਟੀਆਂ ਜਾਤਾਂ ਮੰਨੀਆਂ ਜਾਂਦੀਆਂ ਨੇ, ਉਹਨਾਂ ਦੇ ਨਾਲ ਉਹ ਜਿਹੜਾ ਕਿ ਆਪਣਾ ਨਿਵਾਲਾ ਜਿਹੜਾ ਹੈ ਹੋ ਰਹੇ ਸੀ। ਕ੍ਰਿਸ਼ਨ ਗੋਕੁਲ ਦੇ ਵਿੱਚ ਉਹ ਇੱਕ ਨਿਵਾਲਾ ਜੀ ਉਹਨਾਂ ਦੇ ਮੂੰਹ ਦੇ ਵਿੱਚ ਪਾਉਂਦੇ, ਦੂਸਰਾ ਆਪਣੇ ਦੇ ਵਿੱਚ ਪਾਉਂਦੇ, ਤਾਂ ਉਹ ਕਿਹਾ ਜਾਂਦਾ ਹੈ ਕਿ ਇਹ ਸਭ ਜਿਹੜਾ ਇਹ ਹੁੰਦਾ ਸਭ ਇਹ ਬ੍ਰਹਮਾ ਨੇ ਦੇਖਿਆ,
ਜਿਹੜਾ ਜਿਸ ਨੂੰ ਹਿੰਦੂ ਮਾਈਥੋਲੋਜੀ ਦੇ ਵਿੱਚ ਜਿਹੜਾ ਸ੍ਰਿਸ਼ਟੀ ਦਾ ਰਚਨਹਾਰ ਜਿਹੜਾ ਮੰਨਿਆ ਗਿਆ, ਤੇ ਉਹ ਦੇਖ ਕੇ ਉਸਨੇ ਬੜੀ ਹਕਾਰਤ ਦੀ ਨਿਗਾਹ ਦੇ ਨਾਲ ਇਸ ਸਾਰੇ ਵਰਤਾਰੇ ਨੂੰ ਦੇਖਿਆ ਜੀ ਕਿ ਇਹ ਕਿਹੋ ਜਿਹਾ ਜਿਹੜਾ ਅਵਤਾਰੀ ਪੁਰਸ਼ ਹੈ, ਜਿਹੜਾ ਇਹਨਾਂ ਲੋਕਾਂ ਦੇ ਨਾਲ ਜਿਹੜਾ ਹੈ ਉਹ ਰੋਟੀ ਸਾਂਝੀ ਕਰ ਰਿਹਾ ਹੈ, ਇਹਨਾਂ ਦਾ ਜੂਠਾ ਖਾ ਰਿਹਾ ਹੈ, ਉਹਨਾਂ ਨੂੰ ਖਵਾ ਰਿਹਾ ਹੈ ਜੀ। ਤੇ ਉਹ ਆਏ ਤੇ ਇਹ ਆਖਿਆ ਜਾਂਦਾ ਹੈ ਕਿ ਉਹ ਜਿਹੜੇ ਸਾਰੇ ਉਹਨਾਂ ਦੇ ਬਾਲ ਸਖਾ ਸੀ ਤੇ ਉਹਨਾਂ ਦੀਆਂ ਗਾਈਆਂ ਜੋ ਸੀ ਕ੍ਰਿਸ਼ਨ ਦੀਆਂ, ਉਹਨਾਂ ਨੂੰ ਸਾਰਿਆਂ ਨੂੰ ਚੱਕ ਕੇ ਉਹ ਬ੍ਰਹਮ ਲੋਕ ਲੈ ਗਏ ਤਾਂ ਕਿ ਥੱਲੇ ਜਿਹੜੀ ਉਹਨਾਂ ਦੇ ਗੋਕੁਲ ਦੇ ਵਿੱਚ ਜਿਹੜੀ ਆ ਉਹ ਹਫੜਾ ਦਫੜੀ ਫੈਲ ਜਾਵੇ। ਤੇ ਉਹਦੇ ਚ ਹੋਇਆ ਕਿ ਜਿਹੜੇ ਭਗਵਾਨ ਕ੍ਰਿਸ਼ਨ ਸੀ ਉਹ ਇਹ ਸਾਰੀ ਗੱਲ ਨੂੰ ਸਮਝ ਗਏ ਵੀ ਇਹ ਹੋਇਆ ਕੀ। ਫਿਰ ਕਥਾ ਇਹ ਕਹਿੰਦੀ ਹੈ ਕਿ ਉਹਨਾਂ ਨੇ ਆਪਣੀ ਮਾਇਆ ਦੇ ਵਿੱਚੋਂ ਆਪਣੇ ਬਾਲ ਸਖਾ ਤੇ ਜਿਹੜੀਆਂ ਗਾਈਆਂ ਨੇ ਉਹ ਬਣਾ ਦਿੱਤੀਆਂ ਤੇ ਪੂਰੇ 1 ਸਾਲ ਦੇ ਤੱਕ ਕਿਸੇ ਨੂੰ ਇਹ ਪਤਾ ਨਹੀਂ ਲੱਗਿਆ ਕਿ ਜਿਹੜੀਆਂ ਗਾਈਆਂ ਨੇ ਤੇ ਬੱਚੇ ਨੇ ਉਹ ਲਾਪਤਾ ਨੇ। ਹੁਣ ਇਹ ਗੱਲ ਕਹੀ ਗਈ ਹੈ ਉਸ ਕਥਾ ਦੇ ਵਿੱਚ। ਦੇਖੋ, ਜਿਹੜਾ ਹੁਣ ਸਮੇਂ ਦੇ ਇਕਸਾਰ ਨਾ ਹੋਣ ਦਾ ਸਿਧਾਂਤ ਆਇਨਸਟਾਈਨ ਨੇ ਦਿੱਤਾ ਕਿ ਜਿਹੜਾ ਸਮਾਂ ਹੈ ਉਹ ਇਕਸਾਰ ਨਹੀਂ ਬੀਤਦਾ, ਨਹੀਂ ਰਹਿੰਦਾ। ਜਿਹੜਾ ਪ੍ਰਿਥਵੀ ਦਾ 1 ਮਿੰਟ ਹੈ, ਜੇ ਉਹ ਅੰਤਰਿਕਸ਼ ਦੇ ਵਿੱਚ ਉਹ 1 ਮਿੰਟ ਨਹੀਂ ਹੁੰਦਾ ਜੀ, ਉਹ 1 ਸਾਲ ਹੋ ਸਕਦਾ, 2 ਸਾਲ ਹੋ ਸਕਦੇ। ਸੋ ਇਹ ਦੇਖੋ, ਇਹ ਇੰਨੀ ਪੁਰਾਣੀ ਕਥਾ ਦੇ ਵਿੱਚ ਇਹ ਗੱਲ ਦਰਜ ਹੈ ਵੀ ਬ੍ਰਹਮ ਲੋਕ ਦਾ ਜਿਹੜਾ ਹੈ ਉਹ 1 ਛਣ ਹੋਇਆ ਸੀ, ਪਰ ਪ੍ਰਿਥਵੀ ਤੇ 1 ਸਾਲ ਬੀਤ ਗਿਆ ਸੀ ਪੂਰਾ। ਸਮੇਂ ਦੇ ਵਿੱਚ ਦੋਨਾਂ ਦੇ ਵਿੱਚ ਡਿਫਰੈਂਸ ਕਰਨਾ, ਇਹ ਲਿਖਣ ਵਾਲਾ ਇਹ ਗੱਲ ਸਮਝਦਾ ਸੀ। ਉਹ ਕਹਿੰਦੇ ਜਦ ਉਹਨੇ 1 ਛਣ ਦੇ ਬਾਅਦ ਹੀ ਉਹਨੇ ਥੱਲੇ ਦੇਖਿਆ ਵੀ ਥੱਲੇ ਤਾਂ ਕੁਝ ਵੀ ਨਹੀਂ, ਸਭ ਕੁਝ ਉਵੇਂ ਚੱਲਿਆ ਜਾ ਰਿਹਾ ਤੇ ਉਹਨੂੰ ਕ੍ਰੋਧ ਆਇਆ। ਕ੍ਰੋਧ ਦੇ ਵਿੱਚ ਆ ਕੇ ਉਹਨੇ ਕ੍ਰਿਸ਼ਨ ਨੂੰ ਇਹ ਗੱਲ ਕਹੀ ਵੀ ਤੂੰ ਇਹ ਕੀ ਕਰ ਰਿਹਾ ਹੈ, ਤੂੰ ਇਹਨਾਂ ਦੇ ਨਾਲ ਕਿਉਂ ਮੇਲ ਮਿਲਾਪ ਰੱਖਿਆ ਹੈ, ਇਹਨਾਂ ਦਾ ਜੂਠਾ ਤੂੰ ਕਿਉਂ ਖਾ ਰਿਹਾ ਹੈ, ਤੂੰ ਜਿਹੜਾ ਇਹ ਭੰਗ ਕਰ ਰਿਹਾ ਹੈ ਜਿਹੜਾ। ਕ੍ਰਿਸ਼ਨ ਨੇ ਫਿਰ ਉਸਨੂੰ ਇਹ ਜਵਾਬ ਦਿੱਤਾ ਕਿ ਵੀ ਇਹ ਸ਼ਰਮ ਦੀ ਗੱਲ ਹੈ, ਤੂੰ ਸ੍ਰਿਸ਼ਟੀ ਦਾ ਰਚੇਤਾ ਹੋਣ ਤੋਂ ਬਾਅਦ ਵੀ ਪ੍ਰਾਣੀ ਦੇ ਵਿੱਚ ਜਿਹੜਾ ਭੇਦ ਕਰਦਾ। ਉਹ ਆਖਦਾ ਵੀ ਤੇਰੇ ਕ੍ਰਿਸ਼ਨ ਨੇ ਉਸਨੂੰ ਆਖਿਆ ਕਿ ਤੇਰੀਆਂ ਅੱਖਾਂ ਦੇ ਉੱਤੇ ਜਿਹੜਾ ਹੈ ਉਹ ਭਰਮ ਦਾ ਪਰਦਾ ਪਿਆ ਹੈ, ਜਿਸ ਦੇ ਕਰਕੇ ਤੈਨੂੰ ਇੱਕ ਤੇ ਦੂਸਰੇ ਪ੍ਰਾਣੀ ਦੇ ਵਿੱਚ ਫਰਕ ਦਿਸ ਰਿਹਾ ਹੈ। ਜੇ ਤੂੰ ਅੱਖਾਂ ਤੋਂ ਇਹ ਅਗਿਆਨ ਦਾ ਭਰਮ ਦਾ ਪਰਦਾ ਚੱਕ ਦੇਵੇਂ ਤਾਂ ਤੈਨੂੰ ਸਾਰਿਆਂ 'ਚ ਮੈਂ ਹੀ ਦਿਖੂੰਗਾ ਜੀ। ਤੇ ਫਿਰ ਉਹ ਆਖਦੇ ਆ ਵੀ ਬ੍ਰਹਮਾ ਜਿਹੜਾ ਹੈ ਉਹ ਫਿਰ ਕ੍ਰਿਸ਼ਨ ਦੀ ਗੱਲ ਮੰਨ ਕੇ ਜਿਹੜਾ ਉਹਦੀਆਂ ਅੱਖਾਂ ਤੋਂ ਜਿਹੜਾ ਇਹ ਅਗਿਆਨ ਦਾ ਜਾਤ ਪਾਤ ਦਾ ਪਰਦਾ ਲਾਉਂਦਾ ਹੈ ਤਾਂ ਉਸਨੂੰ ਸਭ ਦੇ ਵਿੱਚ ਹੀ ਕ੍ਰਿਸ਼ਨ ਦਿਸਦਾ ਹੈ, ਗਾਂ ਦੇ ਵਿੱਚ ਵੀ, ਵੱਡੀ ਉੱਚੀ ਜਾਤੀ ਦੇ ਵਿੱਚ ਵੀ, ਛੋਟੀ ਜਾਤੀ ਦੇ ਵਿੱਚ ਵੀ। ਤੇ ਫਿਰ ਉਹ ਭਗਵਾਨ ਕ੍ਰਿਸ਼ਨ ਦੇ ਪੈਰੀਂ ਪੈ ਕੇ ਜਿਹੜਾ ਹੈ ਆਪਣੀ ਉਹ ਭੁੱਲ ਮਨਾਉਂਦਾ ਹੈ। ਕਹਿਣ ਤੋਂ ਭਾਵ ਭਾਮ ਸਾਹਿਬ ਇਹ ਇੱਕ ਕਥਾ ਹੈ, ਕਥਾ ਕਹਿਣ ਦਾ ਤਰੀਕਾ ਹੁੰਦਾ ਹੈ, ਪਰ ਤੁਸੀਂ ਦੇਖੋ ਵੀ ਇਸ ਕਥਾ ਦੇ ਵਿੱਚ ਜਿਹੜਾ ਮੈਸੇਜ ਹੈ ਉਹ ਕੀ ਲੁਕਿਆ ਹੋਇਆ ਜੀ। ਉਹ ਇਹ ਲੁਕਿਆ ਹੋਇਆ ਹੈ ਕਿ ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਮੈਂ ਨਾ ਤੂਤੀ ਮਾਰ ਗਵਾਈ, ਅੰਦਰ ਬਾਹਰ ਹੋਈ ਸਫਾਈ, ਜਿਤ ਵੱਲ ਦੇਖਾਂ ਯਾਰੋ ਯਾਰ, ਇਸ਼ਕ ਦੀ ਨਵੀਂ ਨਵੀਂ ਬਹਾਰ ਜੀ। ਜੋ ਬੁੱਲੇ ਸ਼ਾਹ ਕਹਿੰਦਾ ਉਹੀ ਭਗਵਾਨ ਕ੍ਰਿਸ਼ਨ ਨੇ ਗੱਲ ਕਹੀ। ਉਹ ਕਹਿੰਦਾ ਜਦ ਅੰਦਰ ਬਾਹਰ ਸਫਾਈ ਹੋ ਗਈ, ਬੁੱਲਾ ਸ਼ਾਹ ਕਹਿੰਦਾ ਮੇਰੇ, ਤਾਂ ਮੈਂ ਜਿੱਧਰ ਦੇਖਦਾ ਮੈਨੂੰ ਮੇਰਾ ਯਾਰ ਹੀ ਦਿਸਦਾ ਹੈ ਬਸ। ਜਿਤ ਵੱਲ ਦੇਖਾਂ ਯਾਰੋ ਯਾਰ, ਗੁਰਬਾਣੀ ਆਖਦੀ ਹੈ ਸਭ ਮੇਂ ਜੋਤ ਜੋਤ ਹੈ ਸੋਹੀ, ਇਸਕੇ ਚਾਨਣ ਸਭ ਮੇਂ ਚਾਨਣ ਹੋਈ। ਸੋ ਉਹੀ ਗੱਲ ਜਿਹੜੀ ਹੈ ਇਹ ਕਥਾ ਆਖਦੀ ਹੈ ਜੀ ਕਿ ਸਭ ਮੇਂ ਜੋਤ ਜੋਤ ਹੈ ਸੋਹੀ। ਕ੍ਰਿਸ਼ਨ ਨੇ ਬ੍ਰਹਮਾ ਨੂੰ ਇਹ ਦਿਖਾਇਆ ਕਿ ਸਭ ਦੇ ਵਿੱਚ ਮੇਰੀ ਜੋਤ ਜਾਗਰਤ ਹੈ, ਚਾਹੇ ਉਹ ਕੋਈ ਜੀਵ ਹੈ, ਚਾਹੇ ਕੋਈ ਉੱਚੀ ਜਾਤ ਹੈ, ਚਾਹੇ ਕੋਈ ਛੋਟੀ ਜਾਤ ਹੈ। ਸੋ ਮਿਰਜ਼ਾ ਗਾਲਿਬ ਵੀ ਫਿਰ ਉਹ ਗੱਲ ਕਹਿੰਦਾ ਹੈ। ਹੁਣ ਇੰਨੀਆਂ ਆਪਾਂ ਇਸ ਪਾਸਿਓਂ ਜਿਹੜਾ ਹੈ ਸਭ ਜਿਹੜੇ ਗਿਆਨੀ ਲੋਕ ਹੈ ਭਾਮ ਸਾਹਿਬ, ਜਿਹੜੇ ਧਰਮ ਅਧਿਆਤਮ ਦੇ ਸਿਖਰ ਤੇ ਪਹੁੰਚੇ ਹੈ, ਉਹ ਚਾਹੇ ਕਿਸੇ ਧਰਮ ਦੇ ਹੋਣ, ਉਹ ਗੱਲ ਇੱਕੋ ਹੀ ਕਹਿੰਦੇ ਨੇ ਜੀ। ਹੁਣ ਮਿਰਜ਼ਾ ਗਾਲਿਬ ਆਖਦਾ ਹੈ ਕਿ ਜਬ ਕਿ ਤੁਮ ਬਿਨ ਨਹੀਂ ਹੈ ਕੋਈ ਔਰ ਮੌਜੂਦ, ਤੋ ਇਹ ਹੰਗਾਮਾ ਹੈ ਖੁਦਾ ਕਿਆ ਹੈ। ਉਹ ਕਹਿੰਦਾ ਜੇ ਤੂੰ ਹੀ ਤੂੰ ਹੈ, ਸਿਰਫ ਤੇਰੇ ਤੋਂ ਬਿਨਾਂ ਹੋਰ ਕੋਈ ਮੌਜੂਦ ਹੀ ਨਹੀਂ, ਤਾਂ ਫਿਰ ਇਹ ਦੁਨੀਆ ਦੇ ਵਿੱਚ ਹੰਗਾਮਾ ਕਿਉਂ ਹੋ ਰਿਹਾ ਜੀ। ਇਹ ਲੜਾਈ, ਇਹ ਧਰਮਾਂ ਦੇ ਝਗੜੇ, ਇਹ ਜਾਤਾਂ ਦੇ ਝਗੜੇ, ਇਹ ਮਜ਼ਹਬਾਂ ਦੀ ਅਦਾਵਤ, ਇਹ ਕਿਉਂ ਹੋ ਰਹੀ ਹੈ? ਜੇ ਤੂੰ ਹੀ ਹੈ, ਸਭ ਦੇ ਵਿੱਚ ਤੇਰੀ ਜੋਤ ਜਿਹੜੀ ਹੈ ਉਹ ਵਿਦਿਆਮਾਨ ਹੈ, ਤਾਂ ਫਿਰ ਝਗੜਾ ਕਾਹਦਾ ਹੈ? ਜੇ ਜਿੱਤ ਵੱਲ ਦੇਖਾਂ ਯਾਰੋ ਯਾਰ ਹੈ ਤਾਂ ਦੂਸਰਾ ਤਾਂ ਕੋਈ ਹੈ ਹੀ ਨਹੀਂ, ਤੇ ਫਿਰ ਝਗੜਾ ਕਾਹਦਾ ਹੈ? ਸੋ ਇਹ ਜਿਹੜਾ ਮੈਸੇਜ ਕ੍ਰਿਸ਼ਨ ਨੇ, ਜਿਹੜੀ ਉਹਨਾਂ ਦੀ ਬਾਲ ਲੀਲਾ ਜਦ ਆਪਾਂ ਪੜ੍ਹਦੇ ਹਾਂ
ਤਾਂ ਉਹਨਾਂ ਦੀ ਬਾਲ ਲੀਲਾ ਦੇ ਵਿੱਚੋਂ ਸਾਨੂੰ ਇਹ ਸੁਨੇਹਾ ਸਮਾਜ ਨੂੰ ਇੱਕ ਚੰਗਾ ਸਮਾਜ ਬਣਾਉਣ ਦਾ, ਜਿਹੜੀ ਡਿਸਕ੍ਰਿਮੀਨੇਸ਼ਨ ਹੈ ਕਿਸੇ ਵੀ ਤਰ੍ਹਾਂ ਦੀ, ਉਹ ਤਾਂ ਚਲੋ ਜਾਤ ਆਧਾਰਿਤ ਸੀ, ਹਰੇਕ ਤਰ੍ਹਾਂ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਖਤਮ ਕਰਕੇ ਇੱਕ ਚੰਗਾ ਸਮਾਜ ਬੇਸਡ ਔਨ ਇਕੁਆਲਿਟੀ, ਇਕੱਲੇ ਇਨਸਾਨਾਂ ਦੇ ਲਈ ਨਹੀਂ, ਜਿੱਥੇ ਜਾਨਵਰਾਂ ਦੇ ਵੀ ਹੱਕ ਹਕੂਕ ਹੋਣ, ਉਹੋ ਜਿਹਾ ਸਮਾਜ ਬਣਾਉਣ ਦੀ ਗੱਲ ਜਿਹੜੀ ਹੈ ਅੱਜ ਜਿਹੜੀ ਚੱਲ ਰਹੀ ਹੈ ਜੀ, ਉਹ ਹਜ਼ਾਰ ਸਾਲ ਪਹਿਲਾਂ ਕਥਾਵਾਂ ਦੇ ਵਿੱਚ ਦਰਜ ਹੈ। ਸੋ ਫਿਰ ਜਿਹੜੀ ਬਾਲ ਲੀਲਾ ਹੈ ਭਾਮ ਸਾਹਿਬ, ਜੇ ਉਸ ਤੋਂ ਬਾਹਰ ਨਿਕਲਦੇ ਹਾਂ ਤਾਂ ਫਿਰ ਜਿਹੜਾ ਕ੍ਰਿਸ਼ਨ ਨੇ ਸੁਨੇਹਾ ਦਿੱਤਾ ਹੈ ਉਹ ਕਿਸਾਨਾਂ ਦਾ, ਇੱਕ ਸਮਾਜ ਦੇ ਜਿਹੜੇ ਨਿਚਲੇ ਤਬਕੇ ਦਾ ਜਿਹੜਾ ਇੱਕ ਸ਼ੋਸ਼ਿਤ ਵਰਗ ਹੈ ਸਮਾਜ ਦਾ, ਉਸ ਦਾ ਜਿਹੜਾ ਸਟਰਗਲ ਹੈ, ਜਿਹੜੇ ਰਾਜਿਆਂ ਦੇ ਖਿਲਾਫ ਜਾਂ ਜਿਹੜੇ ਦੇਵਤੇ ਕਹੇ ਜਾਂਦੇ ਆ, ਦੇਵਤੇ ਵੀ ਉਹੀ ਕਹੇ ਜਾਂਦੇ ਆ ਜਿਹੜੇ ਪਾਵਰ ਦੇ ਵਿੱਚ ਹੁੰਦੇ ਆ ਜੀ, ਜਿਹੜੇ ਇਨਸਾਨਾਂ ਦੇ ਉੱਤੇ ਆਪਣੀ ਤਾਕਤ ਰੱਖਦੇ ਆ, ਉਹਨਾਂ ਦੇ ਖਿਲਾਫ। ਕਿਉਂਕਿ ਕ੍ਰਿਸ਼ਨ ਦੇਖੋ ਜਿਹੜਾ ਗੋਕੁਲ ਦੇ ਵਿੱਚ ਜਿਹੜੀ ਗਵਾਲੇ ਹੈ ਜੀ, ਉਹ ਸਮਾਜ ਦਾ ਇੱਕ ਕਹਿ ਲਓ ਵੀ OBC ਸੈਕਸ਼ਨ ਸੀਗਾ, ਉਹ ਇੱਕ ਪਛੜੀ ਹੋਈ ਸ਼੍ਰੇਣੀ ਸੀ, ਜਿਹੜੇ ਕਿ ਖੇਤੀਬਾੜੀ ਦੇ ਨਾਲ, ਉਦੋਂ ਤਾਂ ਖੇਤੀਬਾੜੀ ਨਹੀਂ ਹੁੰਦੀ ਸੀ, ਜਿਹੜਾ ਗਾਈਆਂ ਦੇ ਉੱਤੇ, ਜਿਹੜਾ ਗਊਆਂ ਦੇ ਉੱਤੇ ਜਿਹੜੀ ਜ਼ਿਆਦਾ ਜ਼ਿੰਦਗੀ ਹੈ ਜਿਹੜੀ ਉਹ ਨਿਰਭਰ ਸੀ। ਸੋ ਜਿਹੜਾ ਕ੍ਰਿਸ਼ਨ ਹੈ, ਕ੍ਰਿਸ਼ਨ ਇੱਕ ਖੇਤੀਬਾੜੀ ਵਾਲੇ ਪਰਿਵਾਰ ਚੋਂ ਜੀ, ਉਹਨਾਂ ਦਾ ਜਿਹੜਾ ਸਾਰਾ ਹੈ ਉਹ ਪਾਲਣ ਪੋਸ਼ਣ ਹੋਇਆ ਗੋਕੁਲ ਦੇ ਵਿੱਚ ਜੀ। ਤਾਂ ਉਹਨਾਂ ਦੇ ਜਦ ਜੀਵਨ ਨੂੰ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਇੱਕ ਕਿਸਾਨ ਦੀਆਂ, ਇੱਕ ਕਿਸਾਨੀ ਦੇ ਨਾਲ ਜੁੜੇ ਹੋਏ ਵਿਅਕਤੀ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਦਿਖਦੀਆਂ ਨੇ ਜੀ। ਫਰੀडम ਜਿਹੜੀ ਹੈ, ਫਰੀडम ਧਰਮ ਦੀ ਆਜ਼ਾਦੀ। ਹੁਣ ਦੇਖੋ ਕਿ ਜਦ ਗੋਕੁਲ ਦੇ ਵਿੱਚ ਇੱਕ ਵਾਰ ਜਿਹੜੀ ਪੂਜਾ ਕਰਨ ਦੀ ਗੱਲ ਹੋਈ ਤਾਂ ਕ੍ਰਿਸ਼ਨ ਨੇ ਇਹ ਗੱਲ ਆਖੀ ਕਿ ਅਸੀਂ ਜਿਹੜਾ ਗੋਵਰਧਨ ਪਰਬਤ ਹੈ ਉਸ ਦੀ ਪੂਜਾ ਕਰਾਂਗੇ, ਅਸੀਂ ਇੰਦਰ ਦੀ ਪੂਜਾ ਨਹੀਂ ਕਰਾਂਗੇ। ਜਿਹੜਾ ਇੰਦਰ ਹੈ ਉਹ ਮੰਨਿਆ ਜਾਂਦਾ ਹੈ ਕਿ ਜਿਹੜਾ ਬਾਰਿਸ਼ ਦਾ ਦੇਵਤਾ, ਤਾਂ ਕਿ ਚੰਗੀ ਬਾਰਿਸ਼ ਹੋਵੇ, ਸਾਰਾ ਕੁਝ ਬਾਰਿਸ਼ ਦੇ ਉੱਤੇ ਆਧਾਰਿਤ ਸੀਗਾ। ਜੇ ਬਾਰਿਸ਼ ਹੋਊਗੀ ਤਾਂ ਫਸਲ ਹੋਊਗੀ, ਜੇ ਬਾਰਿਸ਼ ਨਹੀਂ ਹੋਊਗੀ ਤਾਂ ਫਸਲ ਨਹੀਂ ਹੋਊਗੀ। ਸੋ ਉਹ ਕਿਹਾ ਜਾਂਦਾ ਹੈ ਕਿ ਜਿਹੜੇ ਗੋਕੁਲ ਦੇ ਵਾਸੀਆਂ ਨੇ ਗੋਵਰਧਨ ਪਰਬਤ ਜਿਹੜਾ ਹੈ ਉਸ ਦੀ ਪੂਜਾ ਕੀਤੀ, ਜਿਸ ਦੇ ਨਾਲ ਜਿਹੜਾ ਇੰਦਰ ਦੇਵਤਾ ਹੈ ਉਹ ਗੁੱਸੇ ਦੇ ਵਿੱਚ ਆ ਗਿਆ। ਉਸਨੇ ਜਿਹੜਾ ਬੇਤਹਾਸ਼ਾ ਮੀਂਹ ਕਰਕੇ ਉਹਨਾਂ ਦਾ ਗੋਕੁਲ ਦਾ ਜਿਹੜਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ। ਪਰ ਕ੍ਰਿਸ਼ਨ ਨੇ ਜਿਹੜਾ ਗੋਵਰਧਨ ਪਰਬਤ ਚੱਕ ਕੇ ਉਹ ਸਾਰੇ ਆਪਣੇ ਗੋਪਾਲ ਵੀ ਇਸ ਲਈ ਉਹਨਾਂ ਨੂੰ ਕਿਹਾ ਜਾਂਦਾ ਗਊਆਂ ਦੀ ਪਾਲਣਾ ਕੀਤੀ, ਤੇ ਉਹਨਾਂ ਨੂੰ ਸਾਰਿਆਂ ਨੂੰ ਉਸ ਕ੍ਰੋਧ ਤੋਂ ਜਿਹੜਾ ਹੈ ਇੰਦਰ ਦੇ ਉਸ ਤੋਂ ਬਚਾਇਆ, ਉਸ ਦਾ ਹੰਕਾਰ ਤੋੜਿਆ ਇੰਦਰ ਦਾ, ਕਿ ਅਸੀਂ ਤੇਰੀ ਜਿਹੜੀ ਪੂਜਾ ਕੀਤੇ ਬਿਨਾਂ ਵੀ ਅਸੀਂ ਜਿਹੜਾ ਆਪਣਾ ਖੇਤੀ ਕਿਸਾਨੀ ਵਾਲੇ ਲੋਕ ਆ ਉਹ ਆਪਣੇ ਜਜ਼ਬੇ ਦੇ ਉੱਤੇ ਸਾਰੇ ਕੰਮ ਆਪਦੇ ਕਰ ਸਕਦੇ ਹਾਂ ਜੀ। ਸੋ ਇਸ ਦੇ ਵਿੱਚੋਂ ਤੁਸੀਂ ਦੇਖੋ ਵੀ ਇੱਕ ਜਿਹੜਾ ਖੇਤੀ ਨਾਲ ਜੁੜਿਆ ਹੋਇਆ ਜਿਹੜਾ ਸਮਾਜ ਹੈ ਉਸ ਦੀਆਂ ਸਮੱਸਿਆਵਾਂ ਵੀ, ਜਿਸ ਤਰ੍ਹਾਂ ਘੱਟ ਮੀਂਹ ਹੋਣਾ, ਜ਼ਿਆਦਾ ਬਾਰਿਸ਼ ਹੋ ਜਾਣੀ, ਫਸਲਾਂ ਖਰਾਬ ਹੋ ਜਾਣੀਆਂ, ਪਸ਼ੂਆਂ ਦਾ ਜਿਹੜਾ ਪਸ਼ੂ ਧਨ ਹੈ ਜੀ ਉਸ ਦਾ ਨੁਕਸਾਨ ਹੋ ਜਾਣਾ। ਜਿਸ ਤਰ੍ਹਾਂ ਹੋਰ ਕਹਾਣੀ ਦੇ ਵਿੱਚ ਦਰਸਾਇਆ ਗਿਆ ਹੈ ਕਿ ਜਿਹੜਾ ਕਾਲੀਆ ਨਾਗ ਹੈ ਉਸਨੇ ਵਿਸ਼ ਘੋਲ ਦਿੱਤੀ ਜਮਨਾ ਦੇ ਪਾਣੀ ਦੇ ਵਿੱਚ, ਤੇ ਜਿਹੜੀਆਂ ਗਊਆਂ ਨੇ ਉਹ ਵਿਸ਼ ਵਾਲਾ ਪਾਣੀ ਪੀ ਕੇ ਮਰ ਗਈਆਂ। ਹੁਣ ਇਹ ਅੱਜ ਵੀ ਭਾਮ ਸਾਹਿਬ ਜਿਹੜਾ ਖੇਤੀ ਸਮਾਜ ਦੇ ਨਾਲ ਜਿਹੜਾ ਜੁੜਿਆ ਹੋਇਆ ਵਿਅਕਤੀ ਉਹ ਇਹ ਸਮਝਦਾ ਹੈ ਵੀ ਜਿਹੜਾ ਇੱਕ ਮਾਲ ਜਿਸ ਨੂੰ ਕਿਹਾ ਜਾਂਦਾ ਹੈ ਗਾਂ ਜਾਂ ਮੱਝ, ਉਹਦਾ ਮਰ ਜਾਣਾ ਕਿੱਡਾ ਬੜਾ ਇੱਕ ਸੰਕਟ ਜਾਂ ਕਿੱਡੇ ਵੱਡੇ ਦੁੱਖ ਦੀ ਘੜੀ ਹੈ। ਬਿਲਕੁਲ। ਲੋਕ ਅੱਜ ਵੀ ਤੁਸੀਂ ਦੇਖੋ ਵੀ ਇੱਕ ਦੂਜੇ ਦੇ ਜੇ ਕੋਈ ਇਸ ਤਰ੍ਹਾਂ ਦਾ ਜਿਹੜਾ ਡੰਗਰ ਹੈ ਉਹ ਨੁਕਸਾਨ ਹੁੰਦਾ ਤਾਂ ਉਹ ਅਫਸੋਸ ਕਰਨ ਜਾਂਦੇ। ਸੋ ਉਸ ਸਮੱਸਿਆ ਚੋਂ ਕਿਵੇਂ ਆਰਥਿਕ ਨਹੀਂ ਬਲਕਿ ਉਹਦੇ ਨਾਲ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ। ਬਿਲਕੁਲ। ਸੋ ਇਹ ਸਾਰੀਆਂ ਜਿਹੜੀ ਜਦ ਅਸੀਂ ਕ੍ਰਿਸ਼ਨ ਦੇ ਜਿਹੜੇ ਅਲੌਕਿਕ ਜੀਵਨ ਨੂੰ ਅਸੀਂ ਪੜ੍ਹਦੇ ਹਾਂ ਤਾਂ ਇਹ ਇੱਕ ਖੇਤੀ ਵਾਲੇ ਸਮਾਜ ਦੀ ਇੱਕ ਜਿਹੜੀ ਬਗਾਵਤ ਹੈ ਉਸ ਲੋਕਾਂ ਦੇ ਉਸ ਸੈਕਸ਼ਨ ਦੇ ਪ੍ਰਤੀ ਜਿਹੜਾ ਉਹਨਾਂ ਦਾ ਦਮਨ ਕਰ ਰਿਹਾ। ਕ੍ਰਿਸ਼ਨ ਜਿਹੜੇ ਨੇ ਉਹ ਉਸ ਬਗਾਵਤ ਦਾ ਇੱਕ ਪ੍ਰਤੀਕ ਨੇ ਜੀ, ਕਿਉਂਕਿ ਉਹ ਮਥੁਰਾ ਜਾ ਕੇ ਉਸ ਕੰਸ ਦਾ ਵੀ ਫਿਰ ਅੰਤ ਕਰਦੇ ਨੇ, ਜਿਹੜਾ ਕਿ ਮਥੁਰਾ ਦੇ ਲੋਕਾਂ ਦੇ ਉੱਤੇ
ਜ਼ੁਲਮ ਕਰ ਰਿਹਾ। ਸੋ ਇਹ ਉਹ ਕੌਣ ਕਰਦਾ ਹੈ? ਕ੍ਰਿਸ਼ਨ ਜੋ ਕਿ ਇੱਕ ਖੇਤੀਬਾੜੀ ਵਾਲੇ ਪਰਿਵਾਰ ਚੋਂ ਇੱਕ ਸਮਾਜ ਦੇ ਨਿਚਲੇ ਤਬਕੇ ਤੋਂ ਉੱਠ ਕੇ ਉਹ ਮਥੁਰਾ ਜਾਂਦਾ ਹੈ ਤੇ ਮਥੁਰਾ ਨੂੰ ਕੰਸ ਦੇ ਅਤਿਆਚਾਰ ਤੋਂ ਮੁਕਤ ਕਰਾਉਂਦਾ ਹੈ। ਸੋ ਇਹ ਇੱਕ ਖੇਤੀ ਕਿਸਾਨੀ ਵਾਲੀ ਸਮਾਜ ਦੇ, ਇੱਕ ਸ਼ੋਸ਼ਿਤ ਸਮਾਜ ਦੀ ਇੱਕ ਸਥਾਪਤੀ ਦੇ ਪ੍ਰਤੀ ਜਿਹੜੀ ਇੱਕ ਬਗਾਵਤ ਦੇ ਰੂਪ ਦੇ ਵਿੱਚ ਵੀ ਜਿਹੜੇ ਕ੍ਰਿਸ਼ਨ ਹੈ ਜੀ ਉਹ ਦਿਖਦੇ ਆ। ਹੁਣ ਪੰਮ ਸਾਹਿਬ ਇਹ ਗੱਲਾਂ ਜਿਹੜੀਆਂ ਸਮਾਜਿਕ ਆਰਥਿਕ ਗੱਲਾਂ, ਹੁਣ ਤੁਸੀਂ ਦੇਖੋ ਵੀ ਜਿਹੜੇ ਕ੍ਰਿਸ਼ਨ ਦੇ ਰੂਪ ਇੰਨੇ ਆ, ਕ੍ਰਿਸ਼ਨ ਦੇ ਚਰਿੱਤਰ ਦੇ ਵਿੱਚ ਰੰਗ ਇੰਨੇ ਆ ਕਿ ਸਭ ਦੇ ਲਈ ਜਿਸਨੇ ਜੋ ਲੱਭਣਾ ਹੈ ਉਸ ਨੂੰ ਉਹ ਮਿਲ ਜਾਂਦਾ। ਜਦ ਬਾਲ ਲੀਲਾ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਕਿੰਨੀਆਂ ਮਾਵਾਂ ਜਿਹੜੀਆਂ ਨੇ ਉਹ ਕ੍ਰਿਸ਼ਨ ਦੀ ਜਿਹੜੀ ਆਪਣੀ ਮਾਤਾ ਯਸ਼ੋਦਾ ਦੇ ਨਾਲ ਜਿਹੜਾ ਪਿਆਰ ਹੈ ਉਸ ਨੂੰ ਸੁਰਜੀਤ ਕਰਦੀਆਂ ਨੇ। ਹੁਣ ਜਨਮ ਅਸ਼ਟਮੀ ਵਾਲੇ ਦਿਨ ਬੱਚਿਆਂ ਨੂੰ ਜਿਹੜਾ ਹੈ ਭਗਵਾਨ ਕ੍ਰਿਸ਼ਨ ਦੀ ਜਿਹੜੀ ਉਹ ਪੁਸ਼ਾਕ ਜਿਹੜੀ ਹੈ ਉਹ ਪਵਾਈ ਜਾਂਦੀ ਹੈ। ਪੁਸ਼ਾਕ ਪਵਾ ਕੇ ਮਾਤਾ ਜਿਹੜੀ ਹੈ ਉਹ ਆਪਣੇ ਛੋਟੇ ਬੱਚੇ ਦੇ ਵਿੱਚ ਉਹ ਕ੍ਰਿਸ਼ਨ ਦੀ ਝਲਕ ਦੇਖਣਾ ਚਾਹੁੰਦੀ ਹੈ। ਸੋ ਇੱਕ ਮਾਂ ਦੇ ਲਈ ਉਹ ਆਪਣੇ ਬੱਚੇ ਦੇ ਵਿੱਚ ਕ੍ਰਿਸ਼ਨ ਦਿਸਦਾ ਹੈ ਜੀ। ਹੁਣ ਪੰਮ ਸਾਹਿਬ ਜੇ ਅਸੀਂ ਗੱਲ ਕਰੀਏ ਪ੍ਰੇਮ ਦੀ, ਜੇ ਗੱਲ ਕਰੀਏ ਉਸ ਇੱਕ ਮੁਹੱਬਤ ਦੀ ਜਿਹੜੀ ਜਵਾਨ ਦਿਲਾਂ ਦੇ ਵਿੱਚ ਜਿਹੜੀ ਧੜਕਦੀ ਹੈ ਜੀ, ਜਿਹੜੇ ਕ੍ਰਿਸ਼ਨ ਹੈ ਉਹ ਮੁਹੱਬਤ ਦਾ ਪ੍ਰਤੀਕ ਵੀ ਹੈ। ਬਿਲਕੁਲ ਬਰਸਾਨੇ ਦੀ ਜਿਹੜੀ ਰਾਧਾ ਜਿਨ੍ਹਾਂ ਦੇ ਨਾਲ ਉਹਨਾਂ ਦਾ ਜਿਹੜਾ ਆਤਮਿਕ ਪ੍ਰੇਮ ਸੀ, ਜਿਹੜੇ ਰਾਧਾ ਤੇ ਕ੍ਰਿਸ਼ਨ ਦੀਆਂ ਜਿਹੜੇ ਪ੍ਰੇਮ ਦੀਆਂ ਗਾਥਾਵਾਂ ਨੇ, ਚਾਹੇ ਕ੍ਰਿਸ਼ਨ ਤੇ ਗੋਪੀਆਂ ਦਾ ਜਿਹੜਾ ਰਾਸ ਹੈ ਉਹ ਹਜ਼ਾਰਾਂ ਸਾਲਾਂ ਤੋਂ ਦੇਖੋ ਕਵੀਆਂ ਦੇ ਲਈ, ਨਰਤਕਾਂ ਦੇ ਲਈ ਜੀ, ਹੋਰ ਸਾਹਿਤਕਾਰਾਂ ਦੇ ਲਈ ਇੱਕ ਪ੍ਰੇਰਨਾ ਦਾ ਜਿਹੜਾ ਸਰੋਤ ਬਣਿਆ ਹੋਇਆ ਹੈ। ਕਿਸ ਤਰ੍ਹਾਂ ਜਿਹੜੀ ਉਹਨਾਂ ਦੀ ਗੋਪੀਆਂ ਦੇ ਨਾਲ ਜਿਹੜੀ ਅਲੌਕਿਕ ਮੁਹੱਬਤ ਜਿਹੜੀ ਬ੍ਰਿੰਦਾਵਨ ਦੇ ਖੂਬਸੂਰਤ ਇਲਾਕਿਆਂ ਦੇ ਵਿੱਚ ਜੀ, ਚਾਹੇ ਉਹ ਰਾਧਾ ਦੇ ਨਾਲ ਜਿਹੜਾ ਉਹਨਾਂ ਦਾ ਆਤਮਿਕ ਜਿਹੜਾ ਪ੍ਰੇਮ ਉਹ ਇੱਕ ਮੁਹੱਬਤ ਦੇ ਪ੍ਰਤੀਕ ਵੀ ਬਣੇ ਹੋਏ ਆ ਜੀ। ਸੋ ਇੱਕ ਭਗਵਾਨ ਕਿਸੇ ਦੇ ਲਈ ਬਾਲ ਰੂਪ, ਕਿਸੇ ਦੇ ਲਈ ਫਿਲਾਸਫਰ, ਉਹ ਆਪਾਂ ਅੱਗੇ ਗੱਲ ਕਰਾਂਗੇ ਮਹਾਭਾਰਤ ਦੀ, ਕਿਸੇ ਦੇ ਲਈ ਇੱਕ ਮੁਹੱਬਤ ਦਾ ਜਿਹੜਾ ਪ੍ਰਤੀਕ, ਸੋ ਕਿਸੇ ਦੇ ਲਈ ਖੇਤੀ ਕਿਸਾਨੀ ਬਗਾਵਤ ਦਾ ਪ੍ਰਤੀਕ। ਉਹ ਕ੍ਰਿਸ਼ਨ ਦੇ ਚਰਿੱਤਰ ਦੇ ਵਿੱਚੋਂ ਅਨੇਕਾਂ ਹੀ ਜਿਹੜੇ ਚਰਿੱਤਰ ਹੈ ਉਹ ਦੇਖੇ ਜਾ ਸਕਦੇ ਆ। ਹੁਣ ਜੇ ਉਹਨਾਂ ਦੇ ਪਿਆਰ ਦੀ ਗੱਲ ਕਰੀਏ ਤਾਂ ਉਹਦੇ ਨਾਲ ਦੇਖੋ ਰਾਸ ਜੁੜਦਾ ਹੈ, ਉਹਦੇ ਨਾਲ ਜਿਹੜਾ ਹੋਲੀ ਦਾ ਉੱਥੇ ਉਤਸਵ ਹੈ ਜਿਹੜੀ ਅੱਜ ਵੀ ਜਿਹੜੀ ਹੋਰਿਆਰੇ ਜਿਹੜੇ ਲੱਠਮਾਰ ਹੋਲੀ ਜਿਹੜੀ ਮਨਾਈ ਜਾਂਦੀ ਹੈ, ਅੱਜ ਵੀ ਗੋਕੁਲ ਤੋਂ ਜਿਹੜੇ ਹੋਲੀ ਮਨਾਉਣ ਵਾਸਤੇ ਉਹ ਕ੍ਰਿਸ਼ਨ ਦੇ ਰੂਪ ਦੇ ਵਿੱਚ ਬਰਸਾਨੇ ਜਿਹੜਾ ਰਾਧਾ ਦਾ ਪਿੰਡ ਹੈ ਜੀ, ਉੱਥੇ ਜਾ ਕੇ ਉਹ ਹੋਲੀ ਮਨਾਉਂਦੇ ਆ। ਉਸ ਟ੍ਰੈਡੀਸ਼ਨ ਨੂੰ ਜਿਉਂਦਾ ਰੱਖਿਆ ਹੋਇਆ। ਕਿੰਨੇ ਗੀਤ ਗੋਬਿੰਦ ਨਾਮ ਦੀ ਕਿਤਾਬ ਹੈ ਜਿਹੜੀ, ਤੇ ਕਿੰਨੇ ਹੀ ਜਿਹੜੇ ਕਲਾਸੀਕਲ ਸਾਡੇ ਡਾਂਸ ਨੇ ਇੰਡੀਆ ਦੇ, ਉਹ ਕ੍ਰਿਸ਼ਨ ਤੇ ਰਾਧਾ ਦਾ ਜਿਹੜਾ ਪ੍ਰੇਮ ਹੈ ਉਸ ਤੋਂ ਇੰਸਪੀਰੇਸ਼ਨ ਲੈ ਕੇ ਅੱਗੇ ਵੱਧ ਜਿਹੜੇ ਉਹ ਬਣੇ ਹੋਏ ਆ। ਹੁਣ ਜੇ ਚਲੋ ਤੁਹਾਨੂੰ ਮੈਂ ਪੰਜਾਬ ਦੀ ਗੱਲ ਦੱਸ ਦੇਵਾਂ, ਇਹ ਤਾਂ ਗੱਲਾਂ ਜਿਹੜੀਆਂ ਬਾਕੀ ਕਲਾਸੀਕਲ ਵਾਲੀਆਂ ਤਾਂ ਜਿਹੜੀਆਂ ਪੁਰਾਣੀਆਂ ਨੇ ਜੀ। ਸਾਡੇ ਪੰਜਾਬ ਦੇ ਜਿਹੜੇ ਮਹਾਨ ਜਿਹੜੇ ਗੀਤਕਾਰ ਹੈ ਦੀਦਾਰ ਸੰਧੂ, ਉਹ ਵੀ ਇਸ ਜਿਹੜਾ ਰਾਧਾ ਤੇ ਕ੍ਰਿਸ਼ਨ ਦੇ ਜਿਹੜਾ ਪ੍ਰੇਮ ਹੈ ਉਹਨਾਂ ਦਾ ਜ਼ਿਕਰ ਕੀਤੇ ਬਿਨਾਂ ਆਪਣੇ ਦਗਾਣਿਆਂ ਦੇ ਵਿੱਚ ਨਹੀਂ ਰਹਿ ਸਕੇ। ਉਹਨਾਂ ਦਾ ਭੰਮ ਸਾਹਿਬ ਉਹ ਦਗਾਣਾ ਬੜਾ, ਤੂੰ ਗੋਰੀ ਸੀ ਮੈਂ ਕਾਲਾ ਸੀ, ਸੀਨੇ ਤੇ ਸੁੱਚੀ ਮਾਲਾ ਸੀ, ਕਹਿੰਦੇ ਨੇ ਇਦਾਂ ਹੀ ਕਰਦਾ ਸੀ ਜੋ ਕਾਨ ਗੋਪੀਆਂ ਵਾਲਾ ਸੀ। ਸੋ ਇਸ ਤਰ੍ਹਾਂ ਗਾਇਕਾਂ ਨੂੰ, ਗੀਤਕਾਰਾਂ ਨੂੰ, ਕਲਾਕਾਰਾਂ ਨੂੰ ਜਿਹੜਾ ਭਗਵਾਨ ਕ੍ਰਿਸ਼ਨ ਦਾ ਜਿਹੜਾ ਉਹ ਚਰਿੱਤਰ ਹੈ ਉਹ ਹਮੇਸ਼ਾ ਹੀ ਪ੍ਰੇਰਿਤ ਕਰਦਾ ਹੈ ਜੀ। ਉਹ ਪਿਆਰ ਨੂੰ ਸੈਲੀਬ੍ਰੇਟ ਕਰਦੇ ਆ। ਨਹੀਂ ਤਾਂ ਦੇਖੋ ਜਿਹੜੇ ਭੰਮ ਸਾਹਿਬ ਅਵਤਾਰੀ ਪੁਰਸ਼ ਹੈ, ਅਵਤਾਰੀ ਪੁਰਸ਼ਾਂ ਨੂੰ ਜਿਹੜਾ ਹੈ ਇੱਕ ਬੜਾ ਹੀ ਇੱਕ ਉਸ ਦਰਜੇ ਤੇ ਰੱਖਿਆ ਜਾਂਦਾ ਜਿੱਥੇ ਕੋਈ ਵੀ ਗੱਲ ਅਜਿਹੀ ਜਿਹੜੀ ਨੈਗੇਟਿਵ ਜਾਂਦੀ ਹੋਵੇ ਉਹ ਗੱਲ ਕਰਨੀ ਨਹੀਂ। ਹਾਂਜੀ, ਪਿਓਰੀਟੇਰੀਅਨ ਇੱਕ ਤਰ੍ਹਾਂ ਦਾ ਜਿਹੜਾ ਉਹਨਾਂ ਦੇ ਆਲੇ ਦੁਆਲੇ ਜਿਹੜਾ ਇੱਕ ਘੇਰਾ ਹੈ ਉਹ ਬਣਾ ਦਿੱਤਾ ਜਾਂਦਾ ਹੈ। ਪਰ ਅਵਤਾਰੀ ਪੁਰਸ਼ਾਂ ਦੇ ਵਿੱਚੋਂ ਭਗਵਾਨ ਕ੍ਰਿਸ਼ਨ ਹੀ ਇਹੋ ਜਿਹੇ ਨੇ ਜਿਨ੍ਹਾਂ ਨੇ ਜਿਹੜਾ ਪ੍ਰੇਮ ਕਰਨ ਦਾ ਜਿਹੜਾ ਸਨੇਹਾ ਹੈ ਉਹ ਵੀ ਦੁਨੀਆ ਨੂੰ ਦਿੱਤਾ ਹੈ ਜੀ।
ਜਿਹੜਾ ਗੋਪੀਆਂ ਹੁਣ ਉਹਨਾਂ ਦੇ ਨਾਲ ਸਨੇਹ ਕਰਦੀਆਂ ਨੇ। ਹੁਣ ਦੂਸਰੀ ਗੱਲ ਹੈ ਜਿਹੜੀਆਂ ਹੋਰ ਗੱਲਾਂ ਜੋੜੀਆਂ ਜਾਂਦੀਆਂ ਨੇ ਜਿਹੜੀਆਂ ਰਾਸ ਦੇ ਨਾਲ, ਜਿਹੜਾ ਰਾਸ ਹੈ ਉਸ ਨੂੰ ਇੱਕ ਅਸ਼ਲੀਲ ਜਾਂ ਫੂਫੜ ਕਿਸਮ ਦੀ ਜਿਹੜੀ ਕਾਰਵਾਈ ਹੈ ਮੰਨੀ ਜਾਂਦੀ, ਉਹ ਕਹਿਣ ਦਾ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹ ਭੰਮ ਸਾਹਿਬ ਉਹ ਲੋਕਾਂ ਨੇ ਦਰਅਸਲ ਕੀਤਾ ਹੈ ਜਿਨ੍ਹਾਂ ਦਾ ਜਿਹੜੀ ਦੁਕਾਨ ਹੈ ਉਹ ਕ੍ਰਿਸ਼ਨ ਨੇ ਬੰਦ ਕਰਵਾ ਦਿੱਤੀ। ਉਹ ਕ੍ਰਿਸ਼ਨ ਦੇ ਕਿਰਦਾਰ ਨੂੰ ਹੇਠਾਂ ਲਿਆਉਣਾ ਚਾਹੁੰਦੇ ਸੀ ਦੁਨੀਆ ਦੀ ਨਿਗਾਹ ਦੇ ਵਿੱਚ ਜੀ, ਕਿਉਂਕਿ ਕ੍ਰਿਸ਼ਨ ਨੇ ਕਿਹਾ ਕਿ ਜਿਹੜਾ ਭਗਤ ਤੇ ਭਗਵਾਨ ਹੈ ਉਹਦਾ ਸਿੱਧਾ ਰਿਸ਼ਤਾ ਹੈ। ਭਗਤ ਤੇ ਭਗਵਾਨ ਦਾ ਸਿੱਧਾ ਰਿਸ਼ਤਾ ਹੈ, ਉਸ ਦੇ ਵਿੱਚ ਕਿਸੇ ਵਿਚੋਲੇ ਦੀ ਕੋਈ ਗੁੰਜਾਇਸ਼ ਨਹੀਂ। ਸੋ ਜਿਹੜੇ ਵਿਚੋਲੇ ਦੁਕਾਨਾਂ ਖੋਲੀ ਬੈਠੇ ਸੀ ਉਹਨਾਂ ਨੇ ਇਹ ਗੱਲ ਆਖੀ ਜੀ ਕ੍ਰਿਸ਼ਨ ਤਾਂ ਗੋਕੁਲ ਦੇ ਵਿੱਚ ਐਂ ਕਰਦਾ ਸੀ, ਉਹ ਆਹ ਕਰਦਾ ਸੀ, ਉਹ ਕੱਪੜੇ ਚੱਕ ਲੈਂਦਾ ਸੀ। ਉਸ ਦੇ ਵਿੱਚ ਗੱਲ ਇਹ ਹੈ ਭੰਮ ਸਾਹਿਬ, ਗੱਲ ਸਮਝਣ ਵਾਲੀ ਇਹ ਹੈ ਕਿ ਕ੍ਰਿਸ਼ਨ ਇਹ ਗੱਲ ਵੀ ਆਖਦਾ ਹੈ ਕਿ ਜੇ ਤੁਸੀਂ ਇਹ ਭਵ ਸਾਗਰ ਦੇ ਵਿੱਚੋਂ ਪਹਿਲਾਂ ਬਾਹਰ ਨਿਕਲ ਕੇ ਆਓ ਫਿਰ ਜਿਹੜਾ ਗਿਆਨ ਦਾ ਕੱਪੜਾ ਹੈ ਉਹ ਬਾਹਰ ਨਿਕਲ ਕੇ ਮਿਲੂਗਾ। ਪਰ ਉਹਨਾਂ ਨੇ ਇਹ ਗੱਲ ਆਖੀ ਕਿ ਭਗਵਾਨ ਕ੍ਰਿਸ਼ਨ ਦੇ ਚਰਿੱਤਰ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫੇਲ ਹੋ ਗਏ ਬੁਰੀ ਤਰ੍ਹਾਂ। ਲੋਕਾਂ ਨੇ ਉਸ ਨੂੰ ਵੀ ਰਾਸ ਦੇ ਰੂਪ ਦੇ ਵਿੱਚ ਉਸ ਨੂੰ ਸੈਲੀਬ੍ਰੇਟ ਕੀਤਾ, ਉਸ ਮੁਹੱਬਤ ਦਾ ਜਿਹੜਾ ਹੈ ਉਹ ਉਤਸਵ ਬਣਿਆ। ਸੋ ਉਹ ਜਿਹੜੇ ਮੁਹੱਬਤ ਨੂੰ ਬਦਨਾਮ ਕਰਨਾ ਚਾਹੁੰਦੇ ਸੀ, ਸੱਚੀ ਸੁੱਚੀ ਮੁਹੱਬਤ ਨੂੰ, ਭੰਮ ਸਾਹਿਬ ਉਹ ਫੇਲ ਹੋਏ ਤੇ ਉਸ ਮੁਹੱਬਤ ਦਾ ਇੱਕ ਉਤਸਵ ਬਣਿਆ ਜੀ। ਤੇ ਉਹ ਜਿਹੜਾ ਉਤਸਵ ਹੈ ਉਹ ਅੱਜ ਤੱਕ ਚੱਲ ਰਿਹਾ ਹੈ। ਪਰ ਉਹਨਾਂ ਵਿਚੋਲਿਆਂ ਨੂੰ ਵੀ ਫਿਰ ਹਾਰ ਕੇ ਕ੍ਰਿਸ਼ਨ ਨੂੰ ਭਗਵਾਨ ਦਾ ਦਰਜਾ ਦੇ ਕੇ ਜਿਹੜੀਆਂ ਮੂਰਤੀਆਂ ਨੇ ਉਹ ਆਪੋ ਆਪਣੀਆਂ ਦੁਕਾਨਾਂ ਦੇ ਵਿੱਚ ਰੱਖਣੀਆਂ ਪਈਆਂ, ਨਵਾਜਣਾ ਪਿਆ ਜੀ। ਗਿਲ ਸਾਹਿਬ, ਗੀਤਾ ਦੇ ਵਿੱਚ ਇਹਨਾਂ ਦਾ ਇੱਕ ਵੱਖਰਾ ਰੂਪ ਜਿਹੜਾ ਕ੍ਰਿਸ਼ਨ ਭਗਵਾਨ ਦਾ ਦੇਖਣ ਨੂੰ ਮਿਲਦਾ ਉਹ ਕੀ ਹੈ ਜੀ? ਭੰਮ ਸਾਹਿਬ, ਜਿਹੜੀ ਗੀਤਾ ਹੈ ਸ਼੍ਰੀਮਦ ਭਗਵਦ ਗੀਤਾ, ਉਹ ਦੁਨੀਆ ਦੇ ਲਈ ਇੱਕ ਸੌਗਾਤ ਹੈ। ਜਿਹੜਾ ਵੀ ਗੀਤਾ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਅਰਜੁਨ ਜਿਹੜਾ ਹੈ ਉਹ ਨਿਰਾਸ਼ ਹੋ ਕੇ ਆਪਣੇ ਹਥਿਆਰ, ਦੁਨੀਆ ਦੇ ਆਪਣੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਯੁੱਧ ਦੇ ਵਿਚਕਾਰ ਉਹ ਖੜਾ ਹੋਇਆ, ਆਪਣੇ ਹਥਿਆਰ ਸੁੱਟ ਦਿੰਦਾ ਹੈ ਨਿਰਾਸ਼ਾ ਦੇ ਵਿੱਚ ਆ ਕੇ ਜੀ। ਉਸ ਨੂੰ ਨਿਰਾਸ਼ਾ ਦੇ ਵਿੱਚੋਂ ਕੱਢ ਕੇ ਯੁੱਧ ਦੇ ਲਈ ਤਿਆਰ ਕੀਤਾ ਗਿਆ ਜਿਹੜਾ ਹੈ ਉਹ ਸ਼੍ਰੀਮਦ ਭਗਵਦ ਗੀਤਾ ਦਾ ਉਚਾਰਨ ਕਰਕੇ ਭਗਵਾਨ ਕ੍ਰਿਸ਼ਨ ਨੇ ਉਹਨੂੰ ਵੱਖ-ਵੱਖ ਜਿਹੜੀਆਂ ਗੱਲਾਂ ਹੈ ਉਹ ਸਮਝਾ ਕੇ ਵੱਖ-ਵੱਖ ਤਰ੍ਹਾਂ ਦੇ ਜਿਹੜਾ ਗਿਆਨ ਹੈ ਉਹ ਦੇ ਕੇ ਉਸ ਨੂੰ ਜਿਹੜਾ ਹੈ ਉਹ ਯੁੱਧ ਲੜਨ ਦੇ ਲਈ ਤਿਆਰ ਕੀਤਾ। ਇਹ ਜਿਹੜੀ ਰਚਨਾ ਹੈ ਭੰਮ ਸਾਹਿਬ ਉਹ ਅੱਜ ਵੀ ਉਨੀ ਹੀ ਜਿਹੜੀ ਤਾਰਕਿਕ ਹੈ, ਅੱਜ ਵੀ ਉਨੀ ਹੀ ਰੈਲੇਵੈਂਟ ਹੈ ਜਿੰਨੀ ਕਿ ਪੁਰਾਣੇ ਸਮੇਂ ਦੇ ਵਿੱਚ ਸੀ ਜੀ। ਅੱਜ ਸਾਡੇ ਸਭ ਦੇ ਵਿੱਚ ਵੀ ਇੱਕ ਅਰਜੁਨ ਹੈ, ਜਦ ਕਿ ਅਸੀਂ ਜਿਹੜਾ ਜ਼ਿੰਦਗੀ ਦੇ ਆਪਣੇ ਮਹੱਤਵਪੂਰਨ ਜਿਹੜੇ ਕਾਰਜ ਹੈ ਉਹ ਕਰਦੇ ਹਾਂ ਜਾਂ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ ਨਾ ਕਿਸੇ ਤਰ੍ਹਾਂ ਦੀ ਨਿਰਾਸ਼ਾ ਤੇ ਸ਼ੰਕਾ ਜਿਹੜੀ ਮਨ ਦੇ ਵਿੱਚ ਉਪਜਦੀ ਹੈ, ਤਾਂ ਉਹੀ ਸਵਾਲ ਨੇ ਜਿਹੜੇ ਉਹ ਅਰਜੁਨ ਨੇ ਉਹ ਕ੍ਰਿਸ਼ਨ ਨੂੰ ਕੀਤੇ ਸੀ ਤੇ ਜਿਹੜੇ ਉਹ ਜਵਾਬ ਨੇ ਉਹ ਅੱਜ ਵੀ ਓਨੇ ਹੀ ਤਰਕਸੰਗਤ ਨੇ ਜਿੰਨੇ ਕਿ ਉਦੋਂ ਸੀ ਜੀ। ਸੋ ਗੀਤਾ ਦੇ ਵਿੱਚ ਜਿਹੜਾ ਭਗਵਾਨ ਕ੍ਰਿਸ਼ਨ ਜਿਹੜਾ ਸੁਨੇਹਾ ਦਿੰਦੇ ਨੇ ਉਹ ਕਰਮ ਕਰਨ ਦਾ, ਨਿਸ਼ਕਾਮ ਕਰਮ ਦਾ, ਕਰਮ ਕਰਨ ਦਾ ਤੇ ਫਲ ਦੇ ਨਾਲ ਨਾ ਜੁੜਨ ਦਾ, ਫਲ ਦੀ ਇੱਛਾ ਦੇ ਤਹਿਤ ਕੰਮ ਨਾ ਕਰਨ ਦਾ, ਕਿ ਨਿਸ਼ਕਾਮ ਜਿਹੜਾ ਹੈ ਜੋ ਕੰਮ ਸਮਾਜ ਦੇ ਪ੍ਰਤੀ ਸਹੀ ਹੈ, ਜੋ ਸਹੀ ਕੰਮ ਹੈ ਉਹ ਕਰਨ ਦਾ ਜਿਹੜਾ ਸੁਨੇਹਾ ਉਹ ਦਿੰਦੇ ਹੈ। ਸੋ ਹੋਰ ਵੀ ਉਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦਾ ਜਿਹੜਾ ਵਿਸਥਾਰ ਹੈ ਫਿਰ ਉਹ ਲੰਬਾ ਹੋ ਜਾਂਦਾ ਹੈ। ਤੋ ਉਹਨਾਂ ਨੇ ਗੀਤਾ ਦੇ ਵਿੱਚ ਦਿੱਤੀਆਂ ਜਿਸ ਦੇ ਵਿੱਚ ਕੀ ਬੜੀ ਡਿਟੇਲ ਫਿਲਾਸਫੀ ਉਹਨਾਂ ਨੇ ਉਹ ਦਿੱਤੀ ਹੈ। ਹੁਣ ਇੱਥੇ ਭੰਮ ਸਾਹਿਬ ਦੇਖੋ ਕਿ ਗੀਤਾ ਦੇ ਵਿੱਚ ਤਾਂ ਉਹ ਅਰਜੁਨ ਨੂੰ ਯੁੱਧ ਕਰਨ ਲਈ ਕਹਿ ਰਹੇ ਨੇ, ਪਰ ਜਦੋਂ ਪਹਿਲਾਂ ਕੰਸ ਦੇ ਜਿਹੜਾ ਹੈ ਵੱਧ ਤੋਂ ਬਾਅਦ ਕੰਸ ਦਾ ਅੰਤ ਕਰਨ ਤੋਂ ਬਾਅਦ ਜਿਹੜੇ ਮਗਧ ਦਾ ਰਾਜਾ ਹੈ ਜਿਹੜਾ ਉਹ ਜਰਾਸੰਧ, ਉਹ ਕੰਸ ਦਾ ਰਿਸ਼ਤੇਦਾਰ, ਉਹ ਇਹਨਾਂ ਦੇ ਮਥੁਰਾ ਦੇ ਉੱਤੇ ਬਾਰ-ਬਾਰ ਹਮਲਾ ਕਰਨ ਲੱਗ ਜਾਂਦਾ ਤਾਂ ਇਹ ਕੀ ਕਰਦੇ ਹੈ, ਇਹ ਆਪਣੇ ਸਾਰੇ ਲੋਕਾਂ ਨੂੰ ਜਿਹੜਾ ਮਥੁਰਾ ਤੋਂ ਲਿਜਾ ਕੇ ਦਵਾਰਕਾ ਦੇ ਵਿੱਚ ਜਿਹੜੇ ਹੈ ਜਿਹੜੀ ਚਾਰੇ ਪਾਸੇ ਸਮੁੰਦਰ ਦੇ ਨਾਲ ਸੁਰੱਖਿਅਤ ਸੀ ਉੱਥੇ ਸ਼ਿਫਟ ਹੋ ਜਾਂਦੇ ਆ। ਤੇ ਲੋਕ ਇਹਨਾਂ ਨੂੰ ਕਹਿੰਦੇ ਆ ਕਿ
ਵੀ ਅਸੀਂ ਤਾਂ ਜਿਹੜਾ ਰਣ ਛੱਡ ਕੇ ਭੱਜ ਰਹੇ ਹਾਂ, ਲੋਕ ਸਾਨੂੰ ਰਣ ਛੋੜ ਕਹਿਣਗੇ। ਉਹ ਕਹਿੰਦੇ ਵੀ ਜਿਹੜੇ ਜਦ ਤੱਕ ਜਿਹੜਾ ਹੈ ਉਹ ਆਖਰੀ ਮਾਰਗ ਜਿਹੜਾ ਸ਼ਾਂਤੀ ਦਾ ਉਹ ਬੰਦ ਨਾ ਹੋ ਜਾਵੇ, ਉਦੋਂ ਤੱਕ ਜਿਹੜੀ ਸ਼ਾਂਤੀ ਦੀ ਉਹ ਕਾਮਨਾ ਕਰਨੀ ਚਾਹੀਦੀ ਹੈ। ਲੋਕ ਮੈਨੂੰ ਰਣ ਛੋੜ ਕਹਿੰਦੇ ਆ ਤਾਂ ਕਹਿ ਦੇਣ, ਕੋਈ ਗੱਲ ਨਹੀਂ। ਮੇਰੇ ਲੋਕਾਂ ਦੀ ਸ਼ਾਂਤੀ ਜਿਹੜੀ ਹੈ ਤੇ ਉਹਨਾਂ ਦੀ ਸੁਰੱਖਿਆ ਉਹ ਜ਼ਰੂਰੀ ਹੈ, ਕਿਉਂਕਿ ਇੱਥੇ ਅਸੀਂ ਰਹਿ ਨਹੀਂ ਸਕਦੇ ਸ਼ਾਂਤੀ ਦੇ ਨਾਲ, ਬਾਰ-ਬਾਰ ਹਮਲੇ ਇੱਥੇ ਹੁੰਦੇ ਰਹਿਣਗੇ। ਸੋ ਕ੍ਰਿਸ਼ਨ ਦਾ ਇੱਕ ਨਾਮ ਰਣਛੋੜ ਦਾਸ ਵੀ ਹੈ, ਰਣ ਨੂੰ ਤਿਆਗਣ ਵਾਲਾ, ਛੱਡਣ ਵਾਲਾ ਜੀ। ਤੇ ਦੂਸਰੇ ਪਾਸੇ ਤੁਸੀਂ ਦੇਖੋ ਵੀ ਉਹ ਜਦ ਅਰਜੁਨ ਰਣ ਨੂੰ ਛੱਡਣ ਦੀਆਂ ਗੱਲਾਂ ਕਰਦਾ ਹੈ, ਉਹ ਕਹਿੰਦਾ ਵੀ ਮੈਂ ਤਾਂ ਭਿੱਖਿਆ ਮੰਗ ਕੇ ਖਾ ਲਾਂ, ਜਿਹੜੇ ਮੈਂ ਆਪਣੇ ਸਖੇ ਨੇ, ਮੈਂ ਇਹਨਾਂ ਦਾ ਜਿਹੜੇ ਹੱਤਿਆ ਮੈਂ ਨਹੀਂ ਕਰ ਸਕਦਾ। ਤਾਂ ਕ੍ਰਿਸ਼ਨ ਉਹਨੂੰ ਸਮਝਾਉਂਦੇ ਹੈ, ਉਸ ਨੂੰ ਆਤਮਾ ਦੀ ਅਮਰਤਾ ਦਾ ਜਿਹੜਾ ਰਹੱਸ ਹੈ ਉਹ ਦੱਸਦੇ ਹੈ, ਤੇ ਜਿਹੜਾ ਸਰੀਰ ਹੈ ਇਸ ਦੇ ਨਾਸ਼ਵਾਨ ਹੋਣ ਦਾ ਸੁਨੇਹਾ ਦਿੰਦੇ ਹੈ ਕਿ ਇਹ ਕੱਪੜਾ ਹੈ। ਜੋ ਉਹ ਗੀਤਾ ਦੇ ਵਿੱਚ ਇਹ ਕਥਨ ਕਹਿੰਦੇ ਹੈ ਕਿ ਅਜਿਹਾ ਕੋਈ ਸਮਾਂ ਨਹੀਂ ਸੀ ਜਦੋਂ ਮੈਂ ਨਹੀਂ ਸੀ, ਜਾਂ ਤੂੰ ਨਹੀਂ ਸੀ, ਜਾਂ ਤੇਰੇ ਸਭ ਸਕੇ ਸੰਬੰਧੀ ਨਹੀਂ ਸੀ। ਅਸੀਂ ਸਾਰੇ ਹਮੇਸ਼ਾ ਤੋਂ ਹੀ ਸੀ ਤੇ ਹਮੇਸ਼ਾ ਹੀ ਰਵਾਂਗੇ, ਕਿਉਂਕਿ ਜਿਹੜੀ ਆਤਮਾ ਹੈ ਉਹ ਅਮਰ ਹੈ। ਸੋ ਤੁਸੀਂ ਦੇਖੋ, ਇੱਕ ਪਾਸੇ ਦਾ ਰਣ ਛੱਡਣਾ, ਦੂਜੇ ਪਾਸੇ ਜਿਹੜਾ ਹੈ ਰਣ ਛੱਡਣ ਤੋਂ ਹਟਾਉਣਾ, ਰਣ ਛੱਡਣ ਤੋਂ ਹਟਾਉਣਾ। ਹੁਣ ਭੰਮ ਸਾਹਿਬ ਜਿਹੜਾ ਇਹ ਜਿਹੜਾ ਰਹੱਸ ਹੈ ਇਹ ਆਮ ਦੇਖਣ ਵਾਲੇ ਦੀ, ਸਮਝਣ ਵਾਲੇ ਦੀ ਸਮਝ 'ਚ ਨਹੀਂ ਪੈਂਦਾ। ਕਿਉਂਕਿ ਦੇਖੋ ਜੇ ਅਸੀਂ ਪੰਜਾਬੀ 'ਚ ਕਹਿੰਦੇ ਯਾਰ ਤੇਰਾ ਪਤਾ ਨਹੀਂ ਲੱਗਦਾ, ਕਦੇ ਤੂੰ ਕੀ ਕਹਿ ਦਿੰਦਾ, ਕਦੇ ਤੂੰ ਕੀ ਕਹਿ ਦਿੰਦਾ ਨਾ, ਇਹ ਬੜੀ ਗਹਿਰੀ ਗੱਲ ਹੁੰਦੀ ਹੈ, ਗਹਿਰੀ ਗੱਲ ਹੈ। ਇਹਦੇ 'ਚ ਹੁਣ ਮੈਂ 2 ਮਿੰਟ ਤੁਹਾਡੇ ਹੋਰ ਲਵਾਂਗਾ। ਬਿਲਕੁਲ ਬਿਲਕੁਲ। ਉਹਦੇ ਵਿੱਚ ਜਿਹੜਾ ਹੈ ਰਣ ਛੋੜ, ਇੱਕ ਪਾਸੇ ਰਣ ਦੇ ਵਿੱਚ ਡਟਣਾ, ਇੱਕ ਪਾਸੇ ਰਣ ਛੱਡਣਾ। ਜਿਹੜਾ ਅਸੀਂ ਸ਼ੁਰੂ ਵੀ ਕੀਤੀ, ਜਿਹੜਾ ਅਲੌਕਿਕ ਚਰਿੱਤਰ, ਜਿਹੜਾ ਚਰਿੱਤਰ ਹੈ ਭੰਮ ਸਾਹਿਬ, ਇਹ ਮਨੁੱਖੀ ਬੁੱਧੀ ਦੀ ਇੱਕ ਇਜਾਦ ਹੈ, ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ, ਜਿਹੜਾ ਸਭ ਇਸ ਤੋਂ ਪਰੇ ਹੈ। ਪਰਮਾਤਮਾ ਦਾ ਕੋਈ ਚਰਿੱਤਰ ਨਹੀਂ ਹੋ ਸਕਦਾ, ਪਰਮਾਤਮਾ ਦੀ ਕੋਈ ਮਰਿਆਦਾ ਨਹੀਂ ਹੋ ਸਕਦੀ, ਕਿਉਂਕਿ ਮਰਿਆਦਾ ਅਤੇ ਜਿਹੜੇ ਚਰਿੱਤਰ ਨੇ ਇਹ ਸਭ ਮਨੁੱਖੀ ਬੁੱਧੀ ਦੀਆਂ ਇਜਾਦ ਨੇ, ਮਨੁੱਖੀ ਬੁੱਧੀ ਦੀ ਕਾਢ ਨੇ ਸਾਰੇ। ਸੋ ਕਈ ਅਵਤਾਰੀ ਪੁਰਸ਼ਾਂ ਦੇ ਨਾਲ ਜਿਹੜੀ ਮਰਿਆਦਾ ਜੋੜੀ ਗਈ ਹੈ, ਸੋ ਮਰਿਆਦਾ ਮਨੁੱਖਾਂ ਦੀ ਹੁੰਦੀ ਹੈ, ਈਸ਼ਵਰ ਦੀ ਕੋਈ ਮਰਿਆਦਾ ਨਹੀਂ ਹੁੰਦੀ ਜੀ। ਉਹ ਤਾਂ ਇਹ ਗੱਲ ਆਖਦਾ ਹੈ ਜਿਹੜਾ ਉਹਦਾ ਈਸ਼ਵਰ ਦਾ ਭਗਤ ਹੈ ਜਾਂ ਜਿਹੜਾ ਜੁੜਿਆ ਹੈ ਕਿ ਜਿਵ ਜਿਵ ਹੁਕਮ ਤਿਵੇਂ ਤਿਵ ਕਾਰ, ਜਿਵੇਂ ਈਸ਼ਵਰੀ ਹੁਕਮ ਹੈ ਉਵੇਂ ਉਵੇਂ ਉਸਦੇ ਜਿਹੜੇ ਐਕਸ਼ਨ ਹੈ ਉਹ ਹੁੰਦੇ ਹੈ ਜੀ। ਦੂਜੀ ਗੱਲ ਇੱਥੇ ਦੇਖੋ ਕਿ ਮੈਂ ਮਹਾਤਮਾ ਬੁੱਧ ਦੀ ਉਦਾਹਰਨ ਦੇਣਾ ਚਾਹੁੰਦਾ ਕਿ ਬੁੱਧ ਨੂੰ 3 ਜਾਣਿਆਂ ਨੇ ਇੱਕੋ ਸਵਾਲ ਪੁੱਛਿਆ ਕਿ ਪਰਮਾਤਮਾ ਹੈ। ਪਹਿਲੇ ਨੂੰ ਬੁੱਧ ਨੇ ਜਵਾਬ ਦਿੱਤਾ ਨਹੀਂ। ਜਦ ਦੂਸਰੇ ਨੇ ਪੁੱਛਿਆ ਪਰਮਾਤਮਾ ਹੈ, ਬੁੱਧ ਕਹਿੰਦਾ ਹੈ। ਤੀਸਰੇ ਨੇ ਪੁੱਛਿਆ ਕਿ ਪਰਮਾਤਮਾ ਹੈ, ਬੁੱਧ ਕਹਿੰਦਾ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ। ਸੋ ਬੁੱਧ ਦਾ ਜਿਹੜਾ ਪਿਆਰਾ ਚੇਲਾ ਆਨੰਦ ਹੈ ਉਹ ਨਾਲ ਖੜਾ ਬੁੱਧ ਦੇ, ਉਹ ਖੁਦ ਹੈਰਾਨ ਹੋ ਗਿਆ। ਉਹ ਕਹਿੰਦਾ ਵੀ ਹੇ ਮਹਾਤਮਾ, ਵੀ ਤੁਸੀਂ ਇੱਕ ਸਵਾਲ ਇੱਕ ਹੈ, ਇਸ ਦੇ ਜਵਾਬ ਤੁਸੀਂ 3 ਜਾਣਿਆਂ ਨੂੰ 3 ਦਿੱਤੇ ਹੈ। ਤਾਂ ਬੁੱਧ ਇਹ ਗੱਲ ਆਖਦੇ ਹੈ ਕਿ ਆਨੰਦ ਨੂੰ, ਕਿ ਆਨੰਦ ਕਿਸੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਸਵਾਲ ਤਾਂ ਦੇਖੀਦਾ ਹੀ ਹੈ, ਤੇ ਸਵਾਲ ਪੁੱਛਣ ਵਾਲੇ ਦੀ ਅਵਸਥਾ ਵੀ ਦੇਖੀਦੀ ਹੈ, ਉਸ ਨੂੰ ਕਿਸ ਤਰ੍ਹਾਂ ਦੇ ਜਵਾਬ ਦੀ ਲੋੜ ਹੈ। ਜਿਹੜਾ ਪਹਿਲਾ ਹੈ ਉਹ ਪਰਮਾਤਮਾ ਦੀ ਅੰਧ ਭਗਤੀ ਵਿੱਚ ਇੰਨਾ ਡੁੱਬ ਚੁੱਕਿਆ ਸੀ ਕਿ ਉਸਨੇ ਖੋਜ ਛੱਡ ਦਿੱਤੀ ਸੀ। ਉਸ ਨੂੰ ਮੈਂ ਕਿਹਾ ਪਰਮਾਤਮਾ ਨਹੀਂ ਹੈ, ਤਾਂ ਕਿ ਜਿਹੜੀ ਉਹਦੀ ਅੰਧ ਭਗਤੀ ਆ ਉਹ ਥੋੜੀ ਜਿਹੀ ਹਿੱਲੇ ਤੇ ਉਹ ਖੋਜ ਕਰੇ ਅਧਿਆਤਮ ਦੇ ਫੀਲਡ ਦੇ ਵਿੱਚ। ਜਿਹੜਾ ਦੂਸਰਾ ਸੀ ਉਹ ਪਰਮਾਤਮਾ ਦੀ ਆਸ ਹੀ ਛੱਡ ਚੁੱਕਿਆ ਸੀ, ਨਾਸਤਕ ਹੋ ਚੁੱਕਿਆ ਸੀ ਕਿ ਪਰਮਾਤਮਾ ਹੈ ਹੀ ਨਹੀਂ। ਉਹਨੂੰ ਮੈਂ ਕਿਹਾ ਵੀ ਹੈ, ਤਾਂ ਕਿ ਉਹ ਪਰਮਾਤਮਾ ਦੇ ਰਾਸਤੇ ਤੇ ਚੱਲੇ। ਤੇ ਜਿਹੜੇ ਤੀਸਰੇ ਨੂੰ ਕਿਹਾ ਹੈ ਵੀ ਜਾਂ ਨਹੀਂ ਵੀ, ਉਹਦੀ ਲੋੜ ਹੋਰ ਸੀ, ਇਸ ਲਈ ਇਸ ਨੂੰ ਉਹ ਜਵਾਬ ਦਿੱਤਾ। ਸੋ ਇਹ ਜਿਹੜੀਆਂ ਗੱਲਾਂ ਨੇ ਭੰਮ ਸਾਹਿਬ, ਉਹ ਜਿਹੜੇ ਫੈਸਲੇ ਨੇ ਉਹ ਵੀ ਜਿਹੜੇ ਸਰਕਮਸਟੈਂਸਿਸ, ਤਾਂ ਜਿਹੜੇ ਲੋੜਾਂ ਦੇ ਮੁਤਾਬਕ ਜਿਹੜੇ ਸਮਾਜ ਦੀਆਂ ਦੇ ਉਹ ਲਏ ਜਾਂਦੇ ਨੇ ਜੀ। ਸੋ ਇਸ ਤਰ੍ਹਾਂ ਭੰਮ ਸਾਹਿਬ ਜਿਹੜਾ ਸ਼੍ਰੀ ਕ੍ਰਿਸ਼ਨ ਦਾ ਜਿਹੜਾ ਚਰਿੱਤਰ ਹੈ ਉਹ ਅਲੌਕਿਕ ਹੈ। ਹਾਲਾਂਕਿ ਕਿਸੇ ਜਿਹੜੀ ਚਾਨਣੀ ਹੈ ਉਹਨੂੰ ਪਰਦਿਆਂ ਦੇ ਨਾਲ ਨਹੀਂ ਕੱਜਿਆ ਜਾ ਸਕਦਾ, ਪਰ ਜਿੰਨਾ ਕਿ ਮੇਰੀ ਛੋਟੀ ਬੁੱਧੀ ਨੇ ਜਿਹੜੀ ਸਮਝ ਡਿਵੈਲਪ ਕੀਤੀ ਹੈ ਉਸ ਦੇ ਹਿਸਾਬ ਨਾਲ ਜਿਹੜਾ ਮੈਂ ਅੱਜ ਆਪਣੇ ਸਰੋਤਿਆਂ ਦੇ ਅੱਗੇ ਜਨਮ ਅਸ਼ਟਮੀ ਦੇ ਇਸ ਮੌਕੇ ਦੇ ਉੱਤੇ ਜਿਹੜਾ ਹੈ ਇਹ ਵਿਵਰਣ ਰੱਖਿਆ। ਬਾਕੀ ਜਿਹੜਾ ਛੋਟਾ ਮੂੰਹ ਤੇ ਵੱਡੀ ਗੱਲ ਵਾਲੀ ਗੱਲ ਹੈ ਭੰਮ ਸਾਹਿਬ, ਜੇ ਕੋਈ ਗੱਲ ਜਿਹੜੀ ਨਾ ਚਾਹੁੰਦਿਆਂ ਹੋਇਆ ਕੋਈ ਅਜੇ ਨਿਕਲੀ ਤਾਂ ਮੈਂ ਮਾਫੀ ਚਾਹੁੰਦਾ। ਗਿਲ ਸਾਹਿਬ ਇੰਜ ਲੱਗਿਆ ਜਿਵੇਂ ਕੋਈ ਅਸੀਂ ਕਿਸੇ ਧਾਰਮਿਕ ਸਥਾਨ ਤੇ ਬੈਠੇ ਕਥਾ ਸੁਣ ਰਹੇ ਹੁੰਦੇ ਨਾ,
ਇੰਨਾ ਮਤਲਬ ਕਿ ਆਨੰਦਿਤ ਜਿਹੜਾ ਤੁਹਾਡਾ ਵਰਣਨ ਸੀਗਾ ਇਹ ਵਾਕਈ ਬਹੁਤ ਅਲੌਕਿਕ, ਇਹ ਵੀ ਅਲੌਕਿਕ ਸੀਗਾ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ।